श्री गुरु गोबिंद सिंह बेसाला। करो तरा पर पुन पुन सीसा जी, पुन पुन सीसा। बंदो बार बार जगदीसा। एकंकार सतगुरु तेह प्रसाद सच होए। वाहिगुरु जी की फतेह है बिघन विनाशन सोए। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। गुरु ग्रंथ साहिब उदद बंदो कर अनुराग। सतनाम श्री वाहिगुरु साहिब जी दोहरा। श्री नानक की वार्ता अद्भुत सुनो महान। परखन कर सब रीत सो अंगद परम सुजान। वाहिगुरु जी का खालसा वाहिगुरु जी की फतेह। पतित पावन भगत वचल कृपा निधान अनाथनाथ जगत गुरु श्री गुरु ग्रंथ साहिब जी महाराज जी दी पवित्र पावन हजूरी अंदर जुड़ बैठी गुरु की साजी और निवाजी हुई गुरु का खास रूप गुरु खालसा साध संगत जीओ वड्डियां भागां वाले हो। पिछले पैरां दे संध्या वेले दे सजे होए दीवानां च इकत्तर हो के नौवें गुरुदेव तिलक ते जंजू दे राखे जगत गुरु श्री गुरु तेग बहादुर साहिब गरीबनवाज महाराज जी दे पवित्र पावन चरण छो प्राप्त इतिहासक स्थान ते नतमस्तक हो के गुरुदेव जगत गुरु श्री गुरु अर्जन देव साहब जी दे पावन पवित्र इतिहास दी चल रही लड़ीवार कथा बहुत ही अदब सत्कार शरदा ते भावना सहित आप जी सरवण कर रहे। गरीबनवाज श्री अमृतसर साहिब सरोवर की सेवा संपन्न हुई है। दरबार साहब जी की सेवा संपन्न हुई है। जिन्हां जिन्हां गुरु के सिखां ने सेवा की है उन्हां सिखां नूं सतगुरु जी ने बख्शिशां कीतियां हन। भाई बहलो जी वर्गे नाम रसीए गुरसिखां नूं गुरुदेव जी ने बख्शिशां करके नवाजिया है। जिस जिस सिख की जो जो कामना सी वो गुरुदेव ने पूर्ण की है। ऐसा महान तीर्थ श्री अमृतसर सरोवर के रूप विच इस संसार विच गुरुदेव ने प्रगट किया है। जिस पावन तीर्थ विच 68 तीर्थ भी आके इशनान करना लोचदे हन। ਜਿਹੜੇ गुरु के सिख उत्थे सेवावां निभाउण वाले सन। सेवा करदिआं कईयां दे हिरदिआं च कुछ क सिखां दे सूक्ष्म हौमै आई है। एक सथूल हौमै हुंदी है जिहदा सानू झट पता लग जांदा है, पर एक सूक्ष्म हौमै हुंदी है जिहनूं पछाणना औखा हुंदा। सूक्ष्म हौमै नूं जाणन वास्ते सुरती भी उतनी सूक्ष्म होवे तां समझदी है। कईयां दे दिलां च सूक्ष्म हौमै आई कि असीं बड़ी सेवा कीती है अमृतसर साहिब सरोवर दी, क्योंकि खुद नूं करता मन लिया।
ਜਦੋਂ ਹਉਮੈ ਹੁੰਦੀ ਹੈ ਉਹ ਸਾਨੂੰ ਖੁਦ ਨੂੰ ਕਰਤਾ ਬਣਾ ਦਿੰਦੀ ਹੈ। ਹਾਲਾਂਕਿ ਕਰਤਾ ਸਤਿਗੁਰੂ ਜੀ ਹਨ, ਕਰਤਾ ਪਰਮੇਸ਼ਰ ਹੈ, ਪਰ ਹਉਮੈ ਕਹਿੰਦੀ ਹੈ ਕਰਤਾ ਮੈਂ ਹਾਂ, ਮੈਂ ਕੀਤਾ, ਮੈਂ ਕਰਾਵਾਂਗਾ। ਪਰ ਜੇ ਵਿਚਾਰ ਗੋਚਰੀ ਦ੍ਰਿਸ਼ਟੀ ਨਾਲ ਵੇਖੀਏ ਤੇ ਅਸੀਂ ਕਰ ਹੀ ਕੀ ਸਕਦੇ ਹਾਂ। ਅਸੀਂ ਤਾਂ ਇਤਨੇ ਅਸਮਰੱਥ ਹਾਂ। ਆ ਸਾਡੇ ਸਰੀਰ ਦੇ ਕਿਤਨੇ ਰੋਮ ਨੇ, ਕੇਸ ਨੇ। ਜੇ ਕੋਈ ਛੋਟਾ ਜਿਹਾ ਰੋਮ ਵੀ ਸਾਡੀ ਬਾਂਹ ਤੋਂ ਕਿਤੇ ਝੜਨਾ ਚਾਹੇ, ਉਹ ਝੜਨਾ ਚਾਹੇ ਨਾ, ਤੇ ਸਾਡੇ ਕੋਲ ਇੰਨੀ ਵੀ ਤਾਕਤ ਨਹੀਂ ਵੀ ਉਸ ਰੋਮ ਨੂੰ ਅਸੀਂ ਬਚਾ ਸਕੀਏ ਵੀ ਝੜਨ ਨਾ ਦੇਈਏ। ਜੇ ਉਹਨੇ ਝੜਨਾ ਤੇ ਝੜ ਕੇ ਹੀ ਰਹੇਗਾ। ਫਿਰ ਕਿਸ ਗੱਲ ਦਾ ਗਰੂਰ, ਕਿਸ ਗੱਲ ਦਾ ਮਾਣ ਕਿ ਸਾਡੀ ਕਾਇਆ ਨਾਲ ਜੋ ਹੋ ਰਿਹਾ ਉਹ ਹੋ ਕੇ ਹੀ ਰਹੇਗਾ। ਤੇ ਫਿਰ ਕਿਵੇਂ ਕਹੀਏ ਕਿ ਅਸੀਂ ਕਰਤਾ ਹਾਂ। ਅਸੀਂ ਤਾਂ ਆਪਣਾ ਝੜਨ ਵਾਲਾ ਇੱਕ ਰੋਮ ਤੱਕ ਨਹੀਂ ਬਚਾ ਸਕਾਂਗੇ। ਸੋ ਕਹਿਣ ਤੋਂ ਭਾਵ ਸੂਖਮ ਹਉਮੈ ਕਦੇ ਕਦੇ ਜਾਗ ਪੈਂਦੀ, ਪਰ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਦਿਲਾਂ ਚੋਂ ਸੂਖਮ ਹਉਮੈ ਨੂੰ ਕੱਢਦੇ ਨੇ। ਵੇਖਿਆ ਵੀ ਕੁਝ ਸਿੱਖਾਂ ਅੰਦਰ ਆਈ ਹੈ ਹਉਮੈ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਮਹਾਰਾਜ ਜੀ ਪੁੱਛਦੇ ਨੇ, ਬਾਬਾ ਜੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਤੇ ਦਰਸ਼ਨ ਕਰਦਿਆਂ ਇਹ ਵੇਖਿਆ ਵੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਕਿਵੇਂ ਪਰਖੀ, ਕਿ ਉਹਨਾਂ ਨੇ ਸਿੱਖੀ ਪਰਖੀ ਸੀ। ਬੜੇ ਕਹਿੰਦੇ ਸੀ ਅਸੀਂ ਸਿੱਖਾਂ, ਕਿੰਨੇ ਕੁ ਸਿੱਖ ਖਰੇ ਨਿਕਲੇ ਸੀ। ਇਹ ਬਚਨ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਜਵੇਂ ਪਾਤਸ਼ਾਹ ਨੇ ਕਹੇ, ਸੁਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਸਿੱਖੀ ਕਿਵੇਂ ਗੁਰਦੇਵ ਨੇ ਪਰਖੀ ਸੀ, ਗੁਰੂ ਨਾਨਕ ਸਾਹਿਬ ਨੇ, ਉਹ ਪ੍ਰਸੰਗ ਸਰਵਣ ਕਰਾ ਰਹੇ ਨੇ। ਆਓ ਮਨ ਵਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸ੍ਰੀ ਨਾਨਕ ਕੀ ਬਾਰਤਾ, ਅਦਭੁਤ ਸੁਨੋ ਮਹਾਨ। ਐ ਗੁਰਮੁਖੋ ਸਰੋਤਾ ਜਨੋ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਵਾਰਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਜੋ ਬੜੀ ਅਦਭੁਤ ਹੈ, ਅਸਚਰਜ ਹੈ, ਆਪ ਜੀ ਸੁਣੋ, ਜੋ ਬੜੀ ਮਹਾਨ ਤੇ ਅਦਭੁਤ ਕਥਾ ਹੈ। ਪਰਖਨ ਕਰ ਸਭ ਰੀਤ ਸੋ, ਅੰਗਦ ਪਰਮ ਸੁਜਾਨ। ਕਿ ਕਿਵੇਂ ਸਰਬ ਰੀਤ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੀਤੀ, ਔਰ ਉਸ ਪਰਖ ਦੇ ਵਿੱਚ ਕੇਵਲ ਗੁਰੂ ਅੰਗਦ ਦੇਵ ਸਾਹਿਬ ਜੀ ਖਰੇ ਉਤਰੇ। ਉਹ ਸਾਰੀ ਕਥਾ, ਉਹ ਸਾਰਾ ਪ੍ਰਸੰਗ, ਇਹ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ, ਸਤ ਸੰਗਿਓ, ਸੁਣੋ ਧਿਆਨ ਨਾਲ ਤੇ ਜਾਣੋ ਗੁਰੂ ਕੀ ਸਿੱਖੀ ਕਿਤਨੀ ਬਾਰੀਕ ਹੈ। ਕਿਵੇਂ ਖੰਡੇ ਦੀ ਧਾਰ ਨਾਲੋਂ ਤਿੱਖੀ ਤੇ ਵਾਲ ਨਾਲੋਂ ਵੀ ਬਾਰੀਕ ਹੈ। ਜਾਓ ਪਈ ਇੱਕ ਦਿਨ ਹਮ ਤੀਨੋਂ ਸੰਗ ਗਏ। ਬਾਬਾ ਬੁੱਢਾ ਸਾਹਿਬ ਜੀ ਦੱਸਦੇ ਨੇ, ਕਹਿੰਦੇ ਇੱਕ ਵਾਰ ਅਸੀਂ ਤਿੰਨੇ ਨਾਲ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਸੀਂ 3 ਸਿੱਖ ਸੀ। ਨਦੀ ਪ੍ਰਵੇਸ਼ ਗੁਰੂ ਜੀ ਭਏ। 3 ਸਿੱਖ ਕਿਹੜੇ ਕਿਹੜੇ? ਇੱਕ ਭਾਈ ਭਗੀਰਥ ਜੀ ਸਨ, ਦੂਜੇ ਬਾਬਾ ਬੁੱਢਾ ਸਾਹਿਬ ਜੀ ਸਨ, ਔਰ ਤੀਜੇ ਧੰਨ ਗੁਰੂ ਅੰਗਦ ਦੇਵ ਸਾਹਿਬ ਸਨ। ਕਹਿੰਦੇ ਅਸੀਂ ਤਿੰਨੇ ਸਤਿਗੁਰਾਂ ਦੇ ਨਾਲ ਗਏ। ਅੰਮ੍ਰਿਤ ਵੇਲਾ ਸੀ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਰਾਵੀ ਦਰਿਆ ਲਾਗੇ ਵਗਦਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਉੱਥੇ ਇਸ਼ਨਾਨ ਕਰਨ ਲਈ ਗਏ। ਨਦੀ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ। ਇੱਕ ਸ਼੍ਰੀ ਅੰਗਦ, ਦੁਤੀਏ ਭਗੀਰਥ। ਕਹਿੰਦੇ ਇੱਕ ਗੁਰੂ ਅੰਗਦ ਦੇਵ ਸਾਹਿਬ ਜੀ ਸਨ ਤੇ ਦੂਜੇ ਭਾਈ ਭਗੀਰਥ ਜੀ ਸਨ। ਮੈਂ ਜੁਤ ਸੇਵਤ ਭੇ ਗੁਰ ਤੀਰਥ। ਔਰ ਮੈਂ ਤੀਜਾ ਯਾਨੀ ਕਿ ਬਾਬਾ ਬੁੱਢਾ ਸਾਹਿਬ ਜੀ। ਕਹਿੰਦੇ ਏਦਾਂ ਅਸੀਂ ਤਿੰਨੇ ਸਤਿਗੁਰਾਂ ਦੀ ਸੇਵਾ ਵਿੱਚ ਉੱਥੇ ਹਾਜ਼ਰ ਸੀ। ਔਰਨ ਕੀ ਬਰਖਾ ਤਬ ਭਈ। ਕਹਿੰਦੇ ਇੱਕਦਮ ਸਰਦੀਆਂ ਦਾ
ਮੌਸਮ ਸੀ ਤੇ ਗੜੇਮਾਰੀ ਹੋਣ ਲੱਗ ਪਈ। ਇੱਕਦਮ ਗੜੇ ਪੈਣ ਲੱਗ ਪਏ, ਵੱਡੇ ਵੱਡੇ ਔਲੇ ਡਿੱਗਣ ਲੱਗ ਪਏ। शीतलता हमको चढ़ गई। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਕ ਮੌਸਮ ਠੰਡਾ ਸੀ, ਦੂਜੀ ਜਦੋਂ ਬਰਫ਼ ਡਿੱਗਣ ਲੱਗੀ ਸੀਤ ਲਹਿਰ ਚੱਲ ਪਈ। ਉਸ ਹਵਾ ਦੇ ਨਾਲ, ਸ਼ੀਤ ਲਹਿਰ ਦੇ ਨਾਲ ਸਾਡੇ ਸਰੀਰ ਜਿਹੜੇ ਸਾਨੂੰ ਸੁੰਨ ਹੋਣ ਲੱਗੇ, ਠਰਨ ਲੱਗੇ। तब दोनों ग्रह को चल आए। ਸਤਿਗੁਰੂ ਜੀ ਗਲ ਤਾਈਂ ਨਦੀ ਦੇ ਵਿੱਚ ਹੀ ਪਾਣੀ 'ਚ ਖਲੋਤੇ ਨੇ। ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਦੀ ਸੁਰਤ ਜੁੜ ਗਈ, ਧਿਆਨ ਜੁੜ ਗਿਆ। ਕਹਿੰਦੇ ਸਰਦੀ ਇੰਨੀ ਜ਼ਿਆਦਾ ਸਾਨੂੰ ਵਿਆਪੀ ਵੀ ਉੱਥੇ ਖਲੋਣਾ ਸਾਡੇ ਲਈ ਔਖਾ ਹੋ ਗਿਆ, ਬਿਹਾਲ ਹੋਣ ਲੱਗ ਪਏ ਸਰਦੀ ਨਾਲ। ਕਹਿੰਦੇ ਮੈਂ ਵੀ ਪਰਤ ਗਿਆ ਵਾਪਸ, ਤੇ ਮੇਰੇ ਨਾਲ ਭਾਈ ਭਗੀਰਥ ਜੀ ਵੀ ਵਾਪਸ ਪਰਤ ਗਏ। शीत बिदार्यो अगन तपाए। ਅਸੀਂ ਜਾ ਕੇ ਅੱਗ ਬਾਲੀ, ਅੱਗ ਦਾ ਧੂਣਾ ਲਾ ਕੇ ਤੇ ਤਾਂ ਜਾ ਕੇ ਆਪਣੀ ਠਾਰੀ ਜਿਹੜੀ ਉਹ ਦੂਰ ਕੀਤੀ। ਹੱਥ ਪੈਰ ਇਉਂ ਸੁੰਨ ਹੋ ਗਏ ਸੀ, ਮਾਨੋ ਜਿਵੇਂ ਸਰੀਰ ਨਾਲ ਹੋਣ ਹੀ ਨਾ। ਅਗਨੀ ਪ੍ਰਚੰਡ ਕਰਕੇ ਧੂਣਾ ਲਾ ਕੇ ਫਿਰ ਜਾ ਕੇ ਅਸੀਂ ਆਪਣੀ ਸੀਤ ਨੂੰ, ਠੰਡ ਨੂੰ ਦੂਰ ਕੀਤਾ। श्री अंगद को मूर्छा पई। ਤੇ ਗੁਰੂ ਅੰਗਦ ਸਾਹਿਬ ਨਹੀਂ ਆਏ। ਅਸੀਂ ਇਸ਼ਾਰਾ ਵੀ ਕੀਤਾ ਪਰ ਉਹ ਨਹੀਂ ਆਏ। ਪਹਿਲਾਂ ਸਰਦੀ ਨਾਲ ਉਹਨਾਂ ਦਾ ਸਰੀਰ ਸੁੰਨ ਹੋਇਆ, ਅਖੀਰ ਇੰਨੀ ਜ਼ਿਆਦਾ ਸਰਦੀ ਹੋ ਲੱਗੀ ਉਹਨਾਂ ਦੇ ਤਨ ਨੂੰ ਕਿ ਉਹ ਸਰਦੀ ਦੇ ਨਾਲ ਬੇਹੋਸ਼ ਹੋ ਗਏ, ਬੇਸੁੱਧ ਹੋ ਗਏ, ਸਰੀਰ ਠਰ ਗਿਆ। बैठे हो रहे हो ना तन सुध लई। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਸਰੀਰ ਦੀ ਸੁੱਧ ਲਈ ਨਹੀਂ। ਉਹਨਾਂ ਆਖਿਆ ਮੇਰੇ ਪਿਆਰੇ ਪ੍ਰੀਤਮ ਜੀ ਜਲ 'ਚ ਨੇ, ਤੇ ਉਹ ਬਾਹਰ ਆਉਣਗੇ ਤੇ ਉਹਨਾਂ ਨੂੰ ਵਸਤਰ ਦੇਣੇ ਹਨ। ਤੂੰ ਵਸਤਰ ਲੈ ਕੇ ਬੈਠੇ ਰਹੇ ਔਰ ਸਰੀਰ ਦੀ ਸੁੱਧ ਨਹੀਂ ਰਹੀ। एक से श्री नानक तिस जान। ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਹੀ ਕਿਨਾਰੇ ਦੇ ਨਦੀ ਦੇ ਕੰਢੇ ਤੇ ਸਰੀਰ ਉਹਨਾਂ ਦਾ ਜ਼ਮੀਨ ਤੇ ਭੁੰਜਿਆਂ ਡਿੱਗ ਪਿਆ, ਸਰਦੀ ਨਾਲ ਬੇਸੁੱਧ ਹੋ ਗਏ, ਬੇਹੋਸ਼ ਹੋ ਗਏ। ਇੰਨੇ ਨੂੰ ਮਹਾਰਾਜ ਜਗਤ ਗੁਰੂ ਤ੍ਰਿਲੋਕੀਨਾਥ, ਜਿਨ੍ਹਾਂ ਨੇ ਖੇਡ ਆਪ ਹੀ ਵਰਤਾਈ ਏ ਸਾਰੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨਦੀ ਚੋਂ ਬਾਹਰ ਚੱਲ ਕੇ ਆਏ। सब गत हेर प्रसन्न महान। ਇਹ ਸਾਰੀ ਗੱਤ ਜਦੋਂ ਵੇਖੀ ਤੇ ਵੇਖਿਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਨਹੀਂ ਗਏ, ਉਸ ਵਕਤ ਵੇਖ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ। ਆਪਣੇ ਪਿਆਰੇ ਦਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏ। पुन तानक को तार्यो बेस। हे ਗੁਰੂ ਅਰਜਨ ਦੇਵ ਸਾਹਿਬ, ਐਸੇ ਕਈ ਵੇਰੀ ਕੌਤਕ ਵਰਤਾਏ ਗੁਰੂ ਨਾਨਕ ਸਾਹਿਬ ਨੇ ਪਰਖਣ ਲਈ। ਕਹਿੰਦੇ ਇੱਕ ਵਾਰੀ ਫੇਰ ਮਹਾਰਾਜ ਜੀ ਨੇ ਚੋਜ ਵਰਤਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਧਾਨਕ ਦਾ ਰੂਪ ਬਣਾ ਲਿਆ। ਧਾਨਕ ਕਹਿੰਦੇ ਨੇ ਸ਼ਿਕਾਰੀ ਨੂੰ। ਮਹਾਰਾਜ ਜੀ ਨੇ ਬਚਨ ਵੀ ਕਹੇ ਨੇ ਨਾ, ਏਕ ਸਵਾਨ ਦੋਇ ਸਵਾਨੀ ਨਾਲ। ਉਹਦੇ ਵਿੱਚ ਬਚਨ ਕਰਦੇ ਧਾਨਕ ਰੂਪ ਰਹਾ ਕਰਤਾਰ। ਧਾਨਕ ਦਾ, ਸ਼ਿਕਾਰੀ ਦਾ ਰੂਪ ਇੱਕ ਵਾਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਬਣਾ ਲਿਆ। जिस ते भागे सिख अशेष। ਜਦੋਂ ਸ਼ਿਕਾਰੀ ਦਾ ਰੂਪ ਧਾਰ ਲਿਆ ਮਹਾਰਾਜ ਜੀ ਦਾ ਸਵਰੂਪ ਇਤਨਾ ਡਰਾਵਣਾ ਪ੍ਰਤੀਤ ਹੋਇਆ ਕਿ ਕਈ ਵੇਖ ਕੇ ਭੱਜ ਗਏ। ਕਰਤਾਰਪੁਰ ਸਾਹਿਬ ਸੰਗਤ ਬਹੁਤ ਸੀ, ਸਿੱਖ ਬਹੁਤ ਜੁੜ ਗਏ ਸੀ, ਪਰ ਜਦੋਂ ਗੁਰਦੇਵ ਜੀ ਨੂੰ ਸ਼ਿਕਾਰੀ ਦੇ ਰੂਪ 'ਚ ਵੇਖਿਆ, ਕਈਆਂ ਦੇ ਮਨਾਂ 'ਚ ਭਰਮ ਪੈ ਗਿਆ ਤੇ ਭੱਜ ਗਏ। चीरन वस्त्रन वाण पुराना। ਮਹਾਰਾਜ ਜੀ ਨੇ ਬੜੇ ਪੁਰਾਣੇ ਜਿਹੜੇ ਕੱਪੜੇ ਹੁੰਦੇ, ਜੀਰਨ ਕਹਿੰਦੇ ਨੇ ਪੁਰਾਣੇ ਨੂੰ, ਪੁਰਾਣੇ ਜੇ ਫਟੇ ਜੇ ਜਿਹੜੇ ਬਸਤਰ ਸੀ, ਉਹਨਾਂ ਦਾ ਇੱਕ ਚੋਗਾ ਲੰਮਾ ਉਹ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ। सिर पर बांधे ओ जटा समाना। ਤੇ ਵਾਣ ਨਹੀਂ ਹੁੰਦਾ ਪੁਰਾਣਾ, ਉਹ ਵਾਣ ਲੈ ਕੇ ਰੱਸਾ ਜਿਹਾ ਮੋਟਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਜਿਹੜਾ ਬੱਧਾ ਸੀ ਉਹਦੇ ਉੱਤੇ ਹੀ ਉਹ ਰੱਸਾ ਲਪੇਟ ਲਿਆ। छीट छाछ की तन छिटकाई। ਔਰ ਲੱਸੀ ਦੇ ਜਿਹੜੇ ਛਿੱਟੇ ਸਨ ਉਹ ਚੋਲੇ ਤੇ ਪਾ ਲਏ। मख का अनिक प्रमत चहुकाई। ਏਦਾਂ ਦਾ ਸਵਰੂਪ ਸ਼ਿਕਾਰੀ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਧਾਰਿਆ। मुंज मेखला कर कट मोटी। ਜਿਹੜੀ ਮੁੰਜ ਦੀ ਰੱਸੀ ਹੁੰਦੀ ਹੈ, ਉਹ ਮੁੰਜ ਦੀ ਰੱਸੀ ਮਹਾਰਾਜ ਜੀ ਨੇ ਵੱਡੀ ਉਹਦੀ ਮੋਟੀ ਕਰਕੇ ਨਾ, ਉਹ 5-4 ਰੱਸੀਆਂ ਨੂੰ ਵੱਟ ਕੇ ਮੁੰਜ ਦੀਆਂ ਨੂੰ, ਉਹ ਮਹਾਰਾਜ ਜੀ ਨੇ ਆਪਣੀ ਲੱਕ ਦੇ ਨਾਲ ਉਹਦਾ ਕਮਰ ਕੱਸਾ ਬੰਨ੍ਹ ਲਿਆ ਰੱਸੀ ਦਾ। ਹਾਂਜੀ,
ਗਹੀ ਹਾਥ ਮਹਿ ਟੇਢੀ ਸੋਟੀ। ਤੇ ਹੱਥ ਦੇ ਵਿੱਚ ਮਹਾਰਾਜ ਜੀ ਨੇ ਇੱਕ ਟੇਢੀ ਮੇਢੀ ਜੀ ਸੋਟੀ ਉਹ ਪਕੜ ਲਈ ਗੁਰਦੇਵ ਨੇ। ਟੇਢੀ ਜੀ ਸੋਟੀ ਸੀ ਉਹ ਪਾਤਸ਼ਾਹ ਨੇ ਪਕੜ ਲਈ। ਲੈ ਕਰ ਤੀਛਨ ਨਾਂਗਾ ਛੁਰਾ। ਔਰ ਬੜਾ ਤਿੱਖਾ ਜਿਹਾ ਛੁਰਾ, ਉਹ ਵੀ ਉੱਤੇ ਕੋਈ ਮਿਆਨ ਨਹੀਂ ਪਾਇਆ ਹੋਇਆ, ਤੇ ਛੁਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਤਿੱਖਾ ਸੀ ਉਹ ਲੈ ਲਿਆ ਮਿਆਨ ਤੋਂ ਬਿਨਾ। ਸਾਥ ਮੇਖਲਾ ਬੰਧਨ ਕਰਾ। ਤੇ ਜਿਹੜੀ ਮਹਾਰਾਜ ਜੀ ਨੇ ਰੱਸੀ ਲੱਕ ਨਾਲ ਬੱਧੀ ਸੀ ਨਾ ਗੁਰਦੇਵ ਨੇ, ਉਹ ਛੁਰਾ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਰੱਸੀ ਦੇ ਨਾਲ ਬੰਨ ਕੇ ਲਟਕਾ ਲਿਆ। ਪਹਿਰੀ ਹਾਡਨ ਮਾਲ ਬੇਸਾਲਾ। ਔਰ ਏਦਾਂ ਦਾ ਮਹਾਰਾਜ ਜੀ ਨੇ ਬੜਾ ਡਰਾਵਣਾ ਜਿਹਾ ਰੂਪ ਸ਼ਿਕਾਰੀਆਂ ਦਾ ਬਣਾ ਲਿਆ। ਜਥਾ ਰੁਦਰ ਕੀ ਮੁੰਡਨ ਮਾਲਾ। ਕਹਿੰਦੇ ਜਿਵੇਂ ਸ਼ਿਵ ਦਾ ਰੁਦਰ ਦਾ ਸਰੂਪ ਹੁੰਦਾ ਏਦਾਂ ਦਾ ਸਰੂਪ ਕਰ ਲਿਆ ਡਰਾਵਣਾ। ਕੂਕਰ ਸ਼ਰਮਾ ਲੈ ਕਰ ਸਾਥ। ਸ਼ਿਕਾਰੀ ਦਾ ਰੂਪ ਬਣਾਇਆ ਤੇ ਨਾਲ ਮਹਾਰਾਜ ਜੀ ਨੇ ਕਈ ਸ਼ਿਕਾਰੀ ਕੁੱਤੇ ਕੁੱਤੀਆਂ ਉਹ ਵੀ ਨਾਲ ਲੈ ਲਈਆਂ। ਜਿਹੜੇ ਸ਼ਿਕਾਰ ਕਰਦੇ ਨੇ ਕੁੱਤੇ ਕੁੱਤੀਆਂ ਆਦਿਕ ਸ਼ਿਕਾਰੀ ਬਿਰਤੀ ਵਾਲੇ ਉਹ ਨਾਲ ਲੈ ਲਏ। ਸ਼ਿਵ ਕੋ ਰੂਪ ਧਰਿਓ ਗੁਰਨਾਥ। ਏਦਾਂ ਮਹਾਰਾਜ ਜੀ ਦਾ ਇੱਕ ਕਲਿਆਣਕਾਰੀ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ ਦਾ। ਗੁਰਦੇਵ ਨੇ ਜਿੰਨੇ ਵੀ ਸਰੂਪ ਬਣਾਏ ਸਾਰੇ ਕਲਿਆਣਕਾਰੀ ਸਰੂਪ ਨੇ। ਜੇ ਮੱਕੇ ਨੂੰ ਗਏ ਨੇ ਤਾਂ ਪਾਤਸ਼ਾਹ ਨੇ ਉੱਥੇ ਜਿਹੜਾ ਸਰੂਪ ਧਾਰਨ ਕੀਤਾ ਉਹ ਵੀ ਕਲਿਆਣਕਾਰੀ। ਜਦੋਂ ਪਾਤਸ਼ਾਹ ਹਬਸ਼ ਵਲੈਤ ਦੇ ਇਲਾਕੇ 'ਚ ਗਏ ਤੇ ਕਿਹੋ ਜਿਹਾ ਚੋਗਾ ਪਾਤਸ਼ਾਹ ਨੇ ਸਰੀਰ ਤੇ ਧਾਰਿਆ ਜਿਹਦੇ ਤੇ ਆਇਤਾਂ ਵੀ ਲਿਖੀਆਂ ਹੋਈਆਂ ਕੁਰਾਨ ਦੀਆਂ ਤੇ ਹਿੰਦੂ ਵੀਰਾਂ ਦੇ ਜਿਹੜੇ ਵੇਦਾਂ ਦੇ ਸ਼ਲੋਕ ਨੇ ਉਹ ਵੀ ਲਿਖੇ ਹੋਏ, ਸ਼ਰੂਤੀਆਂ ਲਿਖੀਆਂ ਹੋਈਆਂ। ਜਿੱਥੇ ਵੀ ਜਾਂਦੇ ਜਿਹੜਾ ਵੀ ਸਰੂਪ ਭੇਖ ਗੁਰੂ ਨਾਨਕ ਸਾਹਿਬ ਧਾਰਦੇ ਉਹ ਜੀਵਾਂ ਦੇ ਕਲਿਆਣ ਲਈ ਧਾਰਦੇ। ਅੱਜ ਵੀ ਜਿਹੜਾ ਇਹ ਸ਼ਿਕਾਰੀ ਦਾ ਰੂਪ ਮਹਾਰਾਜ ਜੀ ਨੇ ਧਾਰਿਆ ਇਹ ਸ਼ਿਵ ਨਾਮ ਹੁੰਦਾ ਕਲਿਆਣਕਾਰੀ। ਸ਼ਿਵ ਦਾ ਮਤਲਬ ਜਿਹੜਾ ਕਲਿਆਣ ਕਰੇ ਉਹਨੂੰ ਸ਼ਿਵ ਕਹਿੰਦੇ ਆ। ਤੋ ਕਲਿਆਣਕਾਰੀ ਸਰੂਪ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਧਾਰਨ ਕੀਤਾ। ਹੇਰ ਹੇਰ ਸਗਰੇ ਨਰ ਡਰੇ। ਇਹੋ ਜਿਹਾ ਸਰੂਪ ਵੇਖ ਵੇਖ ਕੇ ਬਹੁਤੇ ਲੋਕਾਂ ਦੇ ਹਿਰਦਿਆਂ 'ਚ ਡਰ ਆਇਆ। ਮਹਾਰਾਜ ਜੀ ਦਾ ਐਸਾ ਸਰੂਪ ਵੇਖ ਕੇ ਕਈਆਂ ਦੇ ਮਨਾਂ 'ਚ ਡਰ ਤੇ ਭੈ ਆਇਆ। ਕਿਆ ਇਹੋ ਕੀਓ ਸ਼ੰਕ ਉਰ ਧਰੇ। ਮਨ 'ਚ ਸੋਚਦੇ ਐ ਵੀ ਇਹ ਸਤਿਗੁਰੂ ਜੀ ਨੇ ਕਿਹੋ ਜਿਹਾ ਸਰੂਪ ਧਾਰਿਆ। ਕਈਆਂ ਦੇ ਮਨਾਂ 'ਚ ਸ਼ੰਕਾ ਆਇਆ। ਸ੍ਰੀ ਅੰਗਦ ਬਿਨ ਸਭ ਪਰਮਾਏ। ਕਹਿੰਦੇ ਅਖੀਰ ਤਾਈਂ ਕੇਵਲ ਗੁਰੂ ਅੰਗਦ ਦੇਵ ਸਾਹਿਬ ਜੀ ਨਾਲ ਨਿਭੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਤੋਂ ਬਿਨਾਂ ਬਾਕੀ ਸਭ ਭਰਮ ਗਏ, ਚਾਹੇ ਵਿੱਚ ਮੈਂ ਵੀ ਸਾਂ। ਕਹਿੰਦੇ ਸਭ ਭਰਮ ਗਏ, ਕੇਵਲ ਇੱਕ ਗੁਰੂ ਅੰਗਦ ਦੇਵ ਸਾਹਿਬ ਨਹੀਂ ਭਰਮੇ। ਰਹੇ ਸਮੀਪ ਨਾ ਦੂਰ ਪਲਾਏ। ਉਹ ਨਹੀਂ ਗਏ ਦੂਰ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਰਹੇ। ਪੁਨ ਇੱਕ ਕੌਤਕ ਗੁਰੂ ਦਿਖਾਇਓ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜਦੋਂ ਸ਼ਿਕਾਰੀ ਦਾ ਰੂਪ ਬਣਾਇਆ ਨਾ ਗੁਰੂ ਨਾਨਕ ਸਾਹਿਬ ਨੇ ਤਾਂ ਉਸ ਵੇਲੇ ਉਹਨਾਂ ਨੇ ਇੱਕ ਚੋਜ ਵਿਖਾਇਆ, ਇੱਕ ਕੌਤਕ ਵਿਖਾਇਆ। ਖਾਵੋ ਸ਼ਵ ਕੋ ਹੁਕਮ ਅਲਾਇਓ। ਕੌਤਕ ਇਹ ਵਿਖਾਇਆ ਵੀ ਮੁਰਦਾ ਪਿਆ ਸੀ, ਕਹਿੰਦੇ ਮੁਰਦਾ ਖਾਓ। ਇਹ ਕੌਤਕ ਗੁਰੂ ਨਾਨਕ ਸਾਹਿਬ ਨੇ ਵਿਖਾਇਆ। ਇਹੋ ਗਾਥਾ ਜਿਮ ਭਈ ਸੁਣਾਵੋ। ਹੁਣ ਜਦੋਂ ਇਹ ਗੱਲ ਕਹੀ ਤੇ ਲਾਗੇ ਸਿੱਖ ਬੈਠੇ, ਬਾਬਾ ਜੀ ਇਹ ਸਾਰਾ ਪ੍ਰਸੰਗ ਸੁਣਾਓ ਵੀ ਇਹ ਕਿਵੇਂ ਵਰਤਿਆ, ਕਿਵੇਂ ਮੁਰਦੇ ਤਾਈਂ ਪਹੁੰਚੇ, ਉਸ ਤੋਂ ਪਹਿਲਾਂ ਕੀ ਘਟਿਆ। ਤੋ ਬਾਬਾ ਬੁੱਢਾ ਸਾਹਿਬ ਜੀ ਫਿਰ ਹੁਣ ਉਹ ਸਾਰਾ ਪ੍ਰਸੰਗ ਸੁਣਾਉਣ ਲੱਗੇ। ਅਚਰਜ ਕੌਤਕ ਕਰਿਓ ਬਤਾਵੋ। ਕਹਿੰਦੇ ਬਾਬਾ ਜੀ ਜਿਹੜਾ ਅਚਰਜ ਕੌਤਕ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀਤਾ ਆਪ ਜੀ ਕਿਰਪਾ ਕਰਕੇ ਸੁਣਾਓ ਸਾਨੂੰ, ਸਾਡਾ ਭਲਾ ਹੋਵੇ ਸੁਣ ਕੇ, ਕਿਉਂਕਿ ਇਹ ਪਰਮੇਸ਼ਰ ਦੀ ਕਥਾ ਹੈ, ਨਿਰੰਕਾਰ ਦੀ ਕਥਾ ਹੈ। ਨਿਰੰਕਾਰ ਦੀ ਕਥਾ ਨੂੰ ਸੁਣ ਕੇ ਸਾਡਾ ਭਲਾ ਹੋਵੇਗਾ। ਬਹੁ ਸਿੱਖਨ ਕੋ ਲੈ ਨਿਜ ਸਾਥ। ਫਿਰ ਬਾਬਾ ਜੀ ਨੇ ਸੁਣਾਇਆ ਪ੍ਰਸੰਗ। ਕਹਿੰਦੇ ਜਦੋਂ ਸ਼ਿਕਾਰੀ ਦਾ ਰੂਪ ਬਣਾਇਆ ਨਾ
ਤੋ ਬਹੁਤ ਸਾਰੀ ਸੰਗਤ ਨੂੰ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਟੁਰੇ। ਨਦੀ ਕਿਨਾਰ ਚੱਲੇ ਗੁਰਨਾਥ, ਰਾਵੀ ਦਰਿਆ ਦੇ ਕਿਨਾਰੇ ਕਿਨਾਰੇ ਜਗਤ ਗੁਰੂ ਨਾਥ ਜੀ ਚੱਲ ਪਏ। ਕੇਤਿਕ ਦੂਰ ਗਏ ਅਗਵਾਏ, ਜਦੋਂ ਥੋੜਾ ਜਿਹਾ ਪੈਂਡਾ ਤੈਅ ਕਰਕੇ ਅੱਗੇ ਗਏ ਪੈਸੇ ਭੂ ਪਰ ਭਰੇ ਦਿਖਾਏ। ਤੇ ਜ਼ਮੀਨ ਦੇ ਉੱਤੇ ਕੁਝ ਪੈਸੇ ਡਿੱਗੇ ਪਏ ਸੀ, ਢੇਰ ਜੇ ਲੱਗੇ ਪੈਸਿਆਂ ਦੇ, ਤੇ ਪੈਸਿਆਂ ਦਾ ਢੇਰ ਲੱਗਾ ਵਿਖਾਇਆ। ਕਹਿਓ ਚਾਹੋ ਚਿਤ ਜਿਸ ਲੈ ਜਾਹੋ, ਜਿਹੜੇ ਉਹ ਸਿੱਖ ਸੀ ਨਾਲ ਆਏ ਹੋਏ, ਮਹਾਰਾਜ ਜੀ ਆਵਾਜ਼ ਮਾਰ ਕੇ ਕਹਿੰਦੇ ਜਿਹਨੂੰ ਜਿੰਨੇ ਚਾਹੀਦੇ ਨੇ ਲੈ ਜਾਓ, ਮੁੱਠਾਂ ਭਰ ਕੇ ਝੋਲੀਆਂ ਭਰ ਕੇ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ, ਸੁਣ ਕੇ ਚਿਤ ਬਚ ਗਹਿ ਕਰ ਮਾਹੋ। ਕਈਆਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਝਟ ਜਾ ਕੇ ਉਹ ਪੈਸੇ ਚੁੱਕੇ ਤੇ ਝੋਲੀਆਂ ਭਰ ਕੇ ਬੜੀ ਖੁਸ਼ੀ ਨਾਲ ਵਾਪਸ ਟੁਰ ਗਏ। ਭਾਰ ਉਠਾਇਓ ਜੇ ਤਿਕ ਜਾਏ, ਜਿੰਨਾ ਜਿੰਨਾ ਕਿਸੇ ਕੋਲੋਂ ਨਾ ਪੈਸਿਆਂ ਦਾ ਭਾਰ ਚੁੱਕਿਆ ਗਿਆ, ਓਨੇ ਓਨੇ ਭਾਰ ਚੁੱਕ ਕੇ ਉਹ ਲੈ ਗਏ। ਲੈ ਕਰ ਮੁਰੇ ਗ੍ਰਾਮ ਕੋ ਆਏ, ਉਹ ਵਾਪਸ ਨਗਰ ਨੂੰ ਮੁੜ ਗਏ, ਕਰਤਾਰਪੁਰ ਸਾਹਿਬ ਨੂੰ ਆ ਗਏ। ਉਹਨੇ ਆਗੇ ਕੁਛ ਗਮਨੇ ਜਬੈ, ਮਹਾਰਾਜ ਜੀ ਫਿਰ ਥੋੜਾ ਜਿਹਾ ਪੈਂਡਾ ਤੈਅ ਕਰਕੇ ਜਦੋਂ ਅੱਗੇ ਨੂੰ ਵਧੇ, ਪਰੇ ਰਜਤ ਪਣ ਦੇਖਤ ਸਬੈ। ਅੱਗੇ ਚਾਂਦੀ ਦੇ ਰੁਪਈਏ ਪਏ ਹੋਏ, ਪਿੱਛੇ ਪਹਿਲਾਂ ਪੈਸੇ ਸੀ ਟਕੇ ਵਗੈਰਾ। ਜਦੋਂ ਹੋਰ ਅੱਗੇ ਆਏ ਤੇ ਅੱਗੇ ਚਾਂਦੀ ਦੇ ਰੁਪਈਆਂ ਦਾ ਢੇਰ ਲੱਗਾ ਹੋਇਆ। ਹੁਕਮ ਕਰਿਓ ਚਾਹੋ ਲੈ ਜਾਏ, ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਜਿਨ੍ਹਾਂ ਪੈਸੇ ਨਹੀਂ ਚੁੱਕੇ ਉਹ ਰੁਪਈਏ ਲੈ ਜਾਓ। ਜਿੰਨੇ ਕਿਸੇ ਨੂੰ ਚਾਹੀਦੇ ਨੇ, ਕਿਸੇ ਪੰਡ ਬੰਨਣੀਆਂ ਪੰਡ ਬੰਨ ਲਓ। ਹਾਂਜੀ, ਸੁਨ ਕਰ ਭਾਰ ਪ੍ਰਮਾਣ ਉਠਾਏ। ਕਹਿੰਦੇ ਸੁਣ ਕੇ ਜਿੰਨੇ ਜਿੰਨੇ ਕਿਸੇ ਕੋਲੋਂ ਚੁੱਕੇ ਗਏ, ਕਈ ਸਿੱਖ ਉਹਨਾਂ ਨੇ ਰੁਪਈਆਂ ਦੇ ਢੇਰ ਜਿੰਨੇ ਚੁੱਕੇ ਗਏ ਚੁੱਕ ਲਏ। ਵੱਡ ਪ੍ਰੇਮੀ ਨੇ ਧਨ ਨਹਿ ਗਹਿਓ, ਉਹ ਵੀ ਵਾਪਸ ਪਰਤ ਗਏ। ਜਿਹੜੇ ਹੋਰ ਪ੍ਰੇਮੀ ਸੀ ਅੱਗੇ ਹੋਰ, ਕਿਉਂਕਿ ਇਹ ਅਵਸਥਾ ਬਣ ਗਈ। ਇੱਕ ਜਿਹੜੇ ਕੱਲੇ ਪੈਸਿਆਂ ਦੇ ਉਹ ਪੈਸੇ ਚੱਕ ਕੇ ਦੌੜ ਗਏ, ਜਿਹੜੇ ਰੁਪਈਏ ਥੋੜਾ ਜਿਹਾ ਹੋਰ ਵੱਧ ਮਹਾਰਾਜ ਜੀ ਨਾਲ ਭਾਵਨਾ ਰੱਖਦੇ, ਉਹਨਾਂ ਪੈਸੇ ਨਹੀਂ ਚੁੱਕੇ, ਪੈਸਿਆਂ ਨੂੰ ਵੇਖ ਕੇ ਨਹੀਂ ਡੋਲੇ, ਰੁਪਈਏ ਵੇਖ ਕੇ ਡੋਲ ਗਏ। ਤੋ ਅੱਗੇ ਉਹ ਰੁਪਈਏ ਚੁੱਕ ਕੇ ਚਲੇ ਗਏ। ਜਿਹੜੇ ਹੋਰ ਪ੍ਰੇਮ ਵਾਲੇ ਸੀ ਉਹਨਾਂ ਰੁਪਈਏ ਨਹੀਂ ਚੁੱਕੇ। ਪੁਨ ਆਗੇ ਸਤਿਗੁਰ ਮਗ ਲਹਿਓ, ਮਹਾਰਾਜ ਜੀ ਥੋੜਾ ਜਿਹਾ ਪੈਂਡਾ ਤੈਅ ਕਰਕੇ ਹੋਰ ਅੱਗੇ ਗਏ। ਕਿਤਕ ਦੂਰ ਦੀਨਾਰ ਪਰੀ ਹੈ। ਮਹਾਰਾਜ ਜੀ ਜਦੋਂ ਹੋਰ ਅੱਗੇ ਆਏ ਤੇ ਅੱਗੇ ਸੋਨੇ ਦੀਆਂ ਸ਼ਰਫੀਆਂ। ਹੁਣ ਉੱਥੇ ਵੇਖ ਕੇ ਕਿਹਦਾ ਮਨ ਨਹੀਂ ਸੀ ਡੋਲਣਾ, ਸੋਨਾ ਵੇਖ ਕੇ। ਕਹਿੰਦੇ ਜਿਹੜੇ ਰੁਪਈਏ ਚਾਂਦੀ ਦੇ ਵੇਖ ਕੇ ਨਹੀਂ ਡੋਲੇ, ਅੱਗੇ ਹੁਣ ਸੋਨੇ ਦੀਆਂ ਸ਼ਰਫੀਆਂ ਦੇ ਢੇਰ ਵਿਖਾ ਦਿੱਤੇ। ਦੇਖਤ ਆਗਿਆ ਪ੍ਰਭੂ ਕਰੀ ਹੈ। ਮਹਾਰਾਜ ਜੀ ਨੇ ਵੇਖ ਕੇ ਆਗਿਆ ਕੀਤੀ, ਉਹ ਭਾਈ ਜਿੰਨੀਆਂ ਕਿਸੇ ਨੂੰ ਸ਼ਰਫੀਆਂ ਚਾਹੀਦੀਆਂ ਨੇ ਸੋਨੇ ਦੀਆਂ ਚੁੱਕ ਲਓ। ਲੈ ਜਾਵ ਹੋਇਆ ਬਿਲਾਖ ਹੋ ਜੇਹੇ, ਜਿੰਨੀ ਕਿਸੇ ਦੇ ਮਨ ਚ ਬਲਾਖਾ ਹੈ ਭਾਈ ਓਨੀਆਂ ਚੁੱਕ ਕੇ ਲੈ ਜਾਓ। ਤੁਮਰੇ ਹਿਤ ਮੈਂ ਕੀਨਸ ਇਹ। ਮਹਾਰਾਜ ਜੀ ਕਹਿੰਦੇ ਤੁਹਾਡੇ ਵਾਸਤੇ ਹੀ ਪ੍ਰਗਟ ਕੀਤੀਆਂ ਨੇ ਇੱਥੇ, ਤੁਹਾਡੇ ਲਈ ਨੇ, ਜਿੰਨੀਆਂ ਸਿੱਖੋ ਚਾਹੀਦੀਆਂ ਨੇ ਲੈ ਜਾਓ। ਧਰ ਔਰ ਲੋਭ ਸੋ ਲਈ ਉਠਾਏ। ਇੱਥੇ ਵੀ ਕਈ ਡੋਲ ਗਏ ਔਰ ਕਈਆਂ ਨੇ ਮਨ ਚ ਲੋਭ ਧਰਿਆ ਤੇ ਸੋਨੇ ਦੀਆਂ ਸ਼ਰਫੀਆਂ ਚੁੱਕ ਕੇ ਲੈ ਟੁਰੇ। ਲੈ ਗਮਨੇ ਗ੍ਰਹਿ ਕੋ ਸਮੁਦਾਏ, ਔਰ ਆਪੋ ਆਪਣੇ ਘਰਾਂ ਨੂੰ ਪਰਤ ਗਏ। ਅਤ ਪ੍ਰੇਮੀ ਗੁਰ ਕੇ ਤਬ ਰਹੇ। ਹੁਣ ਉਹ ਰਹਿ ਗਏ ਜਿਹੜੇ ਅਤ ਦੇ ਪ੍ਰੇਮੀ ਸਨ ਸਤਿਗੁਰਾਂ ਦੇ। ਇਕ ਮੈਂ ਦੁਤੀ ਸਧਾਰਨ ਅਹੇ। ਕਹਿੰਦੇ ਕਿਹੜੇ ਕਿਹੜੇ ਰਹਿ ਗਏ? ਭਾਈ ਭਗੀਰ, ਇੱਕ ਕਹਿੰਦੇ ਮੈਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਦੂਜੇ ਭਾਈ ਸਧਾਰਨ ਜੀ, ਤ੍ਰਿਤੀ ਭਗੀਰਥ ਅਰ ਸ਼੍ਰੀ ਅੰਗਦ, ਔਰ ਤੀਜੇ ਭਾਈ ਭਗੀਰਥ ਜੀ, ਔਰ ਚੌਥੇ ਧੰਨ ਗੁਰੂ ਅੰਗਦ ਦੇਵ ਸਾਹਿਬ। ਕਹਿੰਦੇ ਅਸੀਂ ਚਾਰੇ ਹੀ ਰਹਿ ਗਏ ਅਖੀਰ ਤਾਈਂ। ਬਾਕੀ ਸਭ ਕੋਈ ਪੈਸੇ ਲੈ ਕੇ, ਕੋਈ ਚਾਂਦੀ ਦੇ ਰੁਪਈਏ ਲੈ ਕੇ, ਕੋਈ ਸ਼ਰਫੀਆਂ ਲੈ ਕੇ, ਕਈ ਜਿਹੜੇ ਪਹਿਲਾਂ ਪੈਸਿਆਂ ਤੋਂ ਵੀ ਪਹਿਲਾਂ ਹੀ ਜਿਹੜੇ ਭਰਮ ਕੇ ਹੀ ਚਲੇ ਗਏ ਵੀ ਗੁਰੂ ਜੀ ਨੇ ਖਬਰੇ ਕੀ ਹੋ ਗਿਆ, ਸ਼ਿਕਾਰੀ ਦਾ ਰੂਪ ਬਣਾ ਲਿਆ। ਕਹਿੰਦੇ ਅਖੀਰ 'ਚ ਅਸੀਂ ਚਾਰੇ ਜਣੇ ਹੀ ਰਹਿ ਗਏ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਔਰ ਬਾਬਾ ਬੁੱਢਾ ਸਾਹਿਬ ਜੀ, ਔਰ ਗੁਰੂ ਅੰਗਦ ਦੇਵ ਸਾਹਿਬ। ਹਾਂਜੀ, ਚਲੇ ਸੰਗ ਤਜ ਕੈ ਸਭ ਸੰਪਦ। ਕਹਿੰਦੇ ਅਸੀਂ ਅਸ਼ਰਫੀਆਂ ਨਹੀਂ ਚੁੱਕੀਆਂ ਚਾਰਾਂ ਨੇ,
ਅਸੀਂ ਮਹਾਰਾਜ ਜੀ ਦੇ ਨਾਲ ਹੀ ਚੱਲ ਪਏ। कितक दूर जब पहुँचे जाए, ਚਲਦਿਆਂ ਜਦੋਂ ਅਸੀਂ ਕੁਝ ਕੁ ਪੈਂਡਾ ਤੈਅ ਕਰਕੇ ਹੋਰ ਅੱਗੇ ਆਏ, भूतल एक सम रुचिर सुहाए। ਕਹਿੰਦੇ ਇੱਕ ਸਮਾਨ ਜ਼ਮੀਨ ਸੀ ਸਾਰੀ ਪੱਧਰ ਦਰਿਆ ਦੇ ਕੰਢੇ ਤੇ। संचय काशट चिता करी है, ਕਹਿੰਦੇ ਅਸੀਂ ਕੀ ਵੇਖਿਆ ਉੱਥੇ ਕਿ ਲੱਕੜਾਂ ਦੀ ਨਾ ਇੱਕ ਚਿਤਾ ਬਣਾ ਕੇ ਰੱਖੀ ਹੋਈ, ਚਿਖਾ ਉਹ ਲੱਕੜਾਂ ਦੀ ਰਚ ਕੇ ਰੱਖੀ ਹੋਈ ਹੈ। एक शव की तह देह परी है, ਤੇ ਇੱਕ ਪਾਸੇ ਚਿਖਾ ਰਚੀ ਹੋਈ ਹੈ ਲੱਕੜਾਂ ਦੀ, ਤੇ ਨਾਲ ਹੀ ਇੱਕ ਮੁਰਦੇ ਦਾ ਸ਼ਵ ਪਿਆ ਹੋਇਆ, ਉਹਦੇ ਤੇ ਚਾਦਰਾ ਪਾਇਆ ਹੋਇਆ, ਥੱਲੇ ਇੱਕ ਫੱਟਾ ਹੈ, ਉਹਦੇ ਉੱਤੇ ਉਹ ਮੁਰਦੇ ਦਾ ਸ਼ਵ ਪਿਆ ਹੋਇਆ ਹੈ। तिस टिग खरे होए कर पाखी, ਕਹਿੰਦੇ ਉਸ ਮੁਰਦੇ ਦੇ ਕੋਲ ਆ ਕੇ ਗੁਰੂ ਨਾਨਕ ਪਾਤਸ਼ਾਹ ਖਲੋ ਗਏ, ਤੇ ਖਲੋ ਕੇ ਸਤਿਗੁਰੂ ਜੀ ਨੇ ਬਚਨ ਕਿਹਾ। हटे हुते जो धन अबिलाखी, ਮਹਾਰਾਜ ਜੀ ਕਹਿੰਦੇ ਜਿਹੜੇ ਕੇਵਲ ਧਨ ਦੇ ਕਾਂਖਾ ਵਾਲੇ ਸਨ ਉਹ ਤਾਂ ਹੁਣ ਸਾਰੇ ਹਟ ਗਏ ਨੇ, ਇੱਥੋਂ ਚਲੇ ਗਏ ਨੇ। अत प्रेमी तुम मम संग आए, ਮਹਾਰਾਜ ਕਹਿੰਦੇ ਤੁਸੀਂ ਪ੍ਰੇਮੀ ਹੋ ਮੇਰੇ, ਤੁਸੀਂ ਮੇਰੇ ਨਾਲ ਪ੍ਰੇਮ ਕਰਕੇ ਇੱਥੇ ਤਾਈਂ ਚੱਲ ਕੇ ਆਇਓ, ਤੁਸੀਂ ਧਨ ਲੈ ਕੇ ਨਹੀਂ ਵਾਪਸ ਪਰਤੇ। मिल इस मुर्दे को लेहो खाए, ਹੁਣ ਏਦਾਂ ਕਰੋ ਕਿ ਤੁਸੀਂ ਮੇਰੇ ਪ੍ਰੇਮੀ ਹੋ, ਮੇਰੇ ਪ੍ਰੇਮ ਕਰਕੇ ਆਇਓ ਇੱਥੇ, ਹੁਣ ਤੁਸੀਂ ਚਾਰੇ ਜਣੇ ਰਲ ਕੇ ਤੇ ਮੁਰਦਾ ਖਾਓ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਗੁਰੂ ਕਾ ਹੁਕਮ ਸਿੱਖ ਨੂੰ ਮੰਨਣਾ ਇਹ ਸਿੱਖ ਦਾ ਕਰਤੱਵ ਹੈ। ਅੱਗੇ ਬਚਨ ਆਵਣਗੇ, ਜੋ ਗੁਰੂ ਕਹੇ ਸਿੱਖ ਨੇ 7 ਬਚਨ ਕਹਿ ਕੇ ਕਮਾਉਣਾ ਹੈ। ਮਹਾਰਾਜ ਜੀ ਕਹਿਣ ਲੱਗੇ ਚਾਰੇ ਤੁਸੀਂ ਮੇਰੇ ਪ੍ਰੇਮੀ ਹੋ, ਨੇਮੀ ਹੋ, ਏਦਾਂ ਕਰੋ ਕਿ ਇਹ ਮੁਰਦਾ ਜਿਹੜਾ ਹੈ ਇਹ ਚਾਰੇ ਜਣੇ ਰਲ ਕੇ ਖਾ ਲਵੋ। हमें अचरज पेशव किन आना, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਬੜੇ ਹੈਰਾਨ ਹੋਏ ਵੀ ਇੱਥੇ ਮੁਰਦਾ ਲਿਆਇਆ ਕੌਣ ਹੈ, ਵੀ ਨੇੜੇ ਤੇੜੇ ਕੋਈ ਬੰਦਾ ਨਹੀਂ ਦਿਸਦਾ, ਵੀ ਅਚਾਨਕ ਇੱਥੇ ਮੁਰਦਾ ਆ ਕਿਵੇਂ ਗਿਆ। हाथ जोड़ कर वाक बखाना, ਕਹਿੰਦੇ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ। नर मृत को नर खाए न कोई, ਕਹਿਣ ਲੱਗੇ ਮਹਾਰਾਜ ਜੀ ਮੁਰਦੇ ਬੰਦੇ ਨੂੰ ਭਲਾ ਕਿਹੜਾ ਬੰਦਾ ਖਾ ਸਕਦਾ, ਮੁਰਦਾ ਬੰਦਾ ਨਹੀਂ ਖਾਂਦਾ ਹੁੰਦਾ। ਹਾਂਜੀ दारुण कृति त्रास पिख होई, ਮਹਾਰਾਜ ਇਹ ਤਾਂ ਬੜੀ ਖੋਟੀ ਕ੍ਰਿਤਾ, ਇਹਨੂੰ ਤਾਂ ਵੇਖ ਕੇ ਮੁਰਦੇ ਨੂੰ ਤਾਂ ਵੇਖ ਕੇ ਡਰ ਆਉਂਦਾ, ਖਾਣਾ ਤਾਂ ਕਿਤੇ ਰਿਹਾ। ਮੁਰਦਾ ਬੰਦਾ ਵੇਖ ਲਈਏ ਤੇ ਮੁਰਦੇ ਨੂੰ ਵੇਖ ਕੇ ਭੈ ਆਉਂਦਾ ਹੈ। ਮਹਾਰਾਜ ਮੁਰਦੇ ਨੂੰ ਖਾਣਾ ਤਾਂ ਬੜੀ ਭਿਆਨਕ ਕ੍ਰਿਤ ਹੈ। इत उत टर कर ले तर ओटा, ਕਹਿੰਦੇ ਜਦੋਂ ਮਹਾਰਾਜ ਜੀ ਨੇ ਆਖਿਆ ਨਾ ਵੀ ਖਾਓ ਤੇ ਅਸੀਂ ਇਹ ਆਖਿਆ, ਕਹਿੰਦੇ ਫਿਰ ਭੱਜ ਜਾਓ। ਕਹਿੰਦੇ ਉਹਨਾਂ ਦੇ ਹੱਥ 'ਚ ਸੋਟਾ ਸੀ, ਟੇਢੀ ਸੋਟੀ, ਕਹਿੰਦੇ ਉਹ ਏਦਾਂ ਵਗਾ ਕੇ ਜਦੋਂ ਮਾਰਨ ਲੱਗੇ, ਕਹਿੰਦੇ ਅਸੀਂ 3 ਜਣੇ ਤੇ ਭੱਜ ਕੇ ਇੱਧਰ ਉੱਧਰ ਦਰਖਤਾਂ ਦੇ ਓਹਲੇ ਹੋ ਗਏ। ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਤਿੰਨੇ ਦਰਖਤਾਂ ਦੇ ਓਹਲੇ ਹੋ ਕੇ ਲੁਕ ਗਏ। बे हम ठांडे सब को होटा, ਕਹਿੰਦੇ ਸਾਨੂੰ ਸਾਰਿਆਂ ਨੂੰ ਰੋਕ ਦਿੱਤਾ, ਵਰਜ ਦਿੱਤਾ ਵੀ ਭੱਜ ਜਾਓ ਫਿਰ ਜੇ ਬਚਨ ਨਹੀਂ ਮੰਨਦੇ। ਹਾਂਜੀ श्री अंगद जी संग न छोरा, ਕਹਿੰਦੇ ਅਸੀਂ ਤਿੰਨੇ ਜਾ ਕੇ ਦਰਖਤਾਂ ਦੇ ਓਹਲੇ ਲੁਕ ਗਏ ਔਰ ਵੇਖੀ ਜਾਈਏ ਵੀ ਕੀ ਹੁੰਦਾ। ਪਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਾਥ ਨਹੀਂ ਛੱਡਿਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਤੈਂ ਨਹੀਂ ਗਿਆ, ਸਭ ਭੱਜ ਗਏ, ਤੂੰ ਕਿਉਂ ਨਹੀਂ ਜਾਂਦਾ? ਤੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੀ ਭਾਵਨਾ ਗੁਰਦੇਵ ਦੇ ਚਰਨਾਂ 'ਚ ਜੋ ਉਸ ਵਕਤ ਪ੍ਰਗਟ ਕੀਤੀ, ਉਹ ਸ਼ਲੋਕ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਾਤਸ਼ਾਹ ਨੇ ਫਰਮਾਇਆ ਕਿਸਹੀ ਕੋਈ ਕੋਏ ਮੰਝਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ ਜਾਂ ਲਗ ਚਿਤ ਨ ਆਵਹੀ। ਕਿਸਹੀ ਕੋਈ ਕੋਏ ਮੰਝਨ ਮਾਣੀ ਇੱਕ ਤੂੰ। ਮਹਾਰਾਜ ਕਿਸੇ ਦਾ ਕੋਈ ਤੇ ਕਿਸੇ ਦਾ ਕੋਈ ਆਸਰਾ, ਉਹਨਾਂ ਨੂੰ ਆਪਣੇ ਆਸਰੇ ਦਿਸੇ ਤੇ ਭੱਜ ਗਏ, ਪਰ ਮੈਂ ਨਿਵਾਣੀ ਦੇ ਆਸਰੇ ਹੈ ਗੁਰੂ ਨਾਨਕ ਸਾਹਿਬ ਜੀ, ਕੇਵਲ ਤੁਸੀਂ ਹੋ ਤੇ ਮੈਂ ਤੁਹਾਨੂੰ ਛੱਡ ਕੇ ਕਿਸ ਦਰ ਤੇ ਜਾਵਾਂ, ਕਿੱਥੇ ਪੁਕਾਰ ਕਰਾਂ।
ਤੁਹਾਡੇ ਬਿਨਾ ਮੇਰਾ ਕੋਈ ਹੋਰ ਹੈ ਹੀ ਨਹੀਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਤੁਹਾਡੇ ਬਿਨਾ ਕੋਈ ਨਹੀਂ ਤੇ ਕੱਲੇ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਹਨ। ਕਹਿਓ ਕਠੋਰ ਹੇਰ ਇਸ ਓਰਾ, ਤੇ ਬੜੇ ਵੀਰ ਰਸ ਵਿੱਚ ਆਏ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਪੁਰਖਾ ਆ ਜਿਹੜਾ ਮੁਰਦਾ ਵੇਖਦਾ ਕਿਉਂ ਤੂੰ ਖਰੋ ਸ਼ਿਤਾਬ ਪਲਾਵ ਹੋ। ਤੇ ਜੇ ਨਹੀਂ ਭੱਜਣਾ ਨਹੀਂ ਜਾਣਾ ਤੇ ਮੁਰਦਾ ਖਾ, ਜੇ ਨਹੀਂ ਖਾਣਾ ਤੇ ਭੱਜ ਜਾ ਇੱਥੇ ਜਿਵੇਂ ਬਾਕੀ ਚਲੇ ਗਏ ਨੇ। ਨਾਹੀਂ ਤਾਂ ਇਸ ਸ਼ਵ ਕੋ ਤਨ ਖਾਵ ਹੋ। ਤੇ ਜੇ ਨਹੀਂ ਜਾਣਾ ਨਹੀਂ ਭੱਜਣਾ ਤੇ ਫਿਰ ਇਹ ਜਿਹੜਾ ਸ਼ਵ ਪਿਆ ਇਹ ਜਿਹੜਾ ਮੁਰਦਾ ਪਿਆ ਇਹ ਖਾਵੋ। ਮਾਨ ਬਾਕ ਜਬ ਬਸਤਰ ਉਘਾਰਾ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਗੁਰਦੇਵ ਜੀ ਸਤ ਬਚਨ ਜਿਵੇਂ ਗੁਰੂ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਸਿਰ ਮੱਥੇ। ਇਹ ਕਹਿ ਕੇ ਜਦੋਂ ਉਸ ਮੁਰਦੇ ਦੇ ਉੱਤੋਂ ਕੱਪੜਾ ਲਾਇਆ, ਭਇਓ ਤਿਹਾਵਲ ਸਕਲ ਨਿਹਾਰਾ। ਕਹਿੰਦੇ ਜਦੋਂ ਉੱਤੋਂ ਬਸਤਰ ਲਾਇਆ ਤੇ ਥੱਲੇ ਮੁਰਦਾ ਨਹੀਂ, ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ ਹੈ। ਖਾਲਸਾ ਜੀ ਇੱਥੇ ਸਿਧਾਂਤ ਸਮਝਣ ਦੀ ਬਿਰਤੀ ਦਾ ਯਤਨ ਕਰਨਾ। ਜੇ ਗੁਰੂ ਕਾ ਹੁਕਮ ਮੰਨ ਕੇ ਜੋ ਖਾਵਾਂਗੇ ਉਹ ਪ੍ਰਸ਼ਾਦ ਹੈ, ਤੇ ਗੁਰੂ ਦੇ ਹੁਕਮ ਤੋਂ ਬਾਹਰ ਜੋ ਕੁਝ ਵੀ ਖਾਵਾਂਗੇ ਉਹ ਮੁਰਦਾ ਹੈ। ਇਹ ਚੇਤੇ ਰੱਖਿਓ। ਜਿਹੜੀ ਚੀਜ਼ ਗੁਰੂ ਦੇ ਹੁਕਮ ਦੇ ਵਿੱਚ ਖਾਵਾਂਗੇ ਨਾ, ਵੀ ਜਿਹਨੂੰ ਖਾਣ ਦਾ ਹੁਕਮ ਹੈ ਗੁਰੂ ਪਾਤਸ਼ਾਹ ਦਾ, ਉਹ ਪ੍ਰਸ਼ਾਦ ਹੋਵੇਗਾ। ਤੇ ਜਿਹਨੂੰ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਖਾਣ ਦਾ, ਫਿਰ ਉਹ ਮੁਰਦਾ ਖਾਣ ਦੇ ਤੁੱਲ ਹੈ। ਅੱਜ ਬਹੁਤੀ ਦੁਨੀਆ ਮੁਰਦਾ ਖਾਂਦੀ, ਹੱਕ ਪਰਾਇਆ ਮੁਰਦਾ ਖਾਣ ਦੇ ਤੁੱਲ ਹੈ। ਕੋਈ ਸ਼ਰਾਬ ਪੀਂਦਾ ਮੁਰਦਾ ਖਾਣ ਦੇ ਤੁੱਲ ਹੈ। ਕਿਤਨੀਆਂ ਭੈੜੀਆਂ ਲਾਮਤਾਂ ਨੇ ਸੰਸਾਰ 'ਚ। ਜਿਹੜੀ ਵਸਤੂ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਖਾਣ ਦਾ ਉਹ ਮੁਰਦਾ ਖਾਣ ਦੇ ਤੁੱਲ ਹੈ। ਤੇ ਜਿਸ ਨੂੰ ਖਾਣ ਦਾ ਹੁਕਮ ਹੈ ਵੀ ਇਹ ਵਸਤੂ ਤੁਸੀਂ ਖਾ ਸਕਦੇ ਹੋ, ਭਖ ਸਕਦੇ ਹੋ, ਆਪਣਾ ਹੱਕ ਖਾਣਾ, ਧਰਮ ਦੀ ਕਿਰਤ ਦਾ ਕਰਕੇ ਖਾਣਾ, ਫਿਰ ਖਾਣ ਦੇ ਵਿੱਚ ਸੰਜਮ ਕੀ ਹੈ, ਮਰਿਆਦਾ ਕੀ ਹੈ, ਉਹ ਗੁਰੂ ਕਾ ਪ੍ਰਸ਼ਾਦ ਹੈ। ਇਹ ਵੇਖਦੇ ਹੀ ਕਹਿੰਦੇ ਚਾਦਰਾ ਜਦੋਂ ਚੁੱਕਿਆ ਤੇ ਥੱਲੇ ਕੜਾ ਪ੍ਰਸ਼ਾਦ ਦੀ ਦੇਗ ਹੈ। ਤਤ ਛਿਨ ਲੋਪ ਪਇਓ ਸਭ ਖੇਲਾ, ਕਹਿੰਦੇ ਤਤ ਛਿਨ ਉਹ ਸਾਰੀ ਖੇਡ ਅਲੋਪ ਹੋ ਗਈ, ਨਾ ਉੱਥੇ ਚਿਖਾ ਨਾ ਮੁਰਦਾ। ਸ਼੍ਰੀ ਅੰਗਦ ਕੋ ਗਹਿ ਕਰ ਮੇਲਾ, ਕਹਿੰਦੇ ਭਾਵਨਾ ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਦੀ ਬਾਹ ਫੜੀ ਤੇ ਘੁੱਟ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੱਲ ਵਕੜੀ 'ਚ ਲੈ ਕੇ ਆਖਿਆ, ਭਾਈ ਲਹਿਣਾ ਜੀ ਅੱਜ ਤੋਂ ਤੁਸੀਂ ਸਾਡੇ ਅੰਗਾਂ ਨਾਲ ਲੱਗ ਕੇ ਗੁਰੂ ਅੰਗਦ ਦੇਵ ਹੋ ਗਏ ਹੋ, ਸਾਡਾ ਹੀ ਰੂਪ ਹੋ ਗਏ ਹੋ। ਘੁੱਟ ਕੇ ਆਪਣੀ ਗੱਲ ਵਕੜੀ 'ਚ ਲੈ ਲਿਆ। ਏਕ ਰੂਪ ਆਪਣੇ ਸੋ ਕਰਿਓ, ਇੱਕ ਰੂਪ ਹੀ ਕਰ ਲਿਆ, ਆਪਣੇ ਵਿੱਚ ਭੇਦ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਨੇ। ਗੁਰਤਾ ਭਾਵ ਤਿਨਹੁ ਮੈਂ ਧਰਿਓ, ਔਰ ਗੁਰਤਾ ਗੱਦੀ ਦਾ ਭਾਵ, ਗੁਰਤਾ ਗੱਦੀ ਦੀ ਜੋਤ ਉਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਧਰ ਦਿੱਤੀ, ਰੱਖ ਦਿੱਤੀ। ਸਭ ਜਗ ਕੀ ਦੇ ਕਰ ਗੁਰਿਆਈ, ਸਾਰੇ ਜਗਤ ਦੀ, ਸਾਰੇ ਸੰਸਾਰ ਦੀ ਗੁਰਿਆਈ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੇ ਦਿੱਤੀ। ਤਿਨ ਮੋਹ ਆਪਣੀ ਜੋਤ ਮਿਲਾਈ, ਔਰ ਆਪਣੀ ਜੋਤ ਗੁਰੂ ਅੰਗਦ ਦੇਵ ਸਾਹਿਬ ਚ ਮਿਲਾ ਕੇ ਅਭੇਦ ਕਰ ਦਿੱਤੀ। ਜੋਤ ਰੂਪ ਹੋ ਗਏ, ਇੱਕੋ ਰੂਪ ਹੋ ਗਏ। ਜੋਤ ਰੂਪ ਬਿਬ ਤਨ ਪਲਟਾਨਾ। ਕਹਿੰਦੇ ਕੇਵਲ ਸਰੀਰ ਹੀ ਬਦਲਿਆ, ਦੂਜਾ ਜੋਤ ਉਹੀ। ਜੋਤ ਤੋਹਾ ਜੁਗਤ ਸਾਏ ਸਹਕਾਇਆ ਫੇਰ ਪਲਟੀਐ, ਝੂਲੈ ਸੁਛਤ ਨਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਇੱਕ ਰੂਪ ਹੀ ਹੋ ਗਏ। ਹਾਂਜੀ, ਅਪਰ ਰੀਤ ਸੋ ਬਹੁ ਪਤੀ ਆਏ, ਹੋਰ ਵੀ ਕਈ ਪ੍ਰਕਾਰ ਦੀਆਂ ਪਰਖਾਂ ਹੋਈਆਂ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੱਲੀ ਇਹੀ ਨਹੀਂ,
ਇਹਦੇ ਤੋਂ ਛੁੱਟ ਹੋਰ ਵੀ ਪਹਿਲਾਂ ਅਨੇਕਾਂ ਪਰਖਾਂ ਹੋਈਆਂ। ਸੋ ਪ੍ਰਸੰਗ ਮੈਂ ਨਹੀਂ ਸੁਣਾਏ। ਬਾਬਾ ਬੁੱਢਾ ਸਾਹਿਬ ਕਹਿੰਦੇ ਉਹ ਸਾਰੇ ਪ੍ਰਸੰਗ ਮੈਂ ਨਹੀਂ ਸੁਣਾਏ। ਗੁਰਤਾ ਗਾਦੀ ਦੇ ਸਮਝਾਇਓ। ਔਰ ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਸਮਝਾਇਆ। ਇਹਾਂ ਨ ਰਹਿਬੋ ਤੁਮਰੋ ਪਾਇਓ। ਆਖਿਆ ਪੁਰਖਾ ਤੁਸਾਂ ਨੇ ਹੁਣ ਇੱਥੇ ਕਰਤਾਰਪੁਰ ਸਾਹਿਬ ਨਹੀਂ ਰਹਿਣਾ। ਜਦੋਂ ਗੁਰਗੱਦੀ ਦੇ ਦਿੱਤੀ ਨਾ ਗੁਰੂ ਅੰਗਦ ਸਾਹਿਬ ਨੂੰ, ਤੇ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਹੁਣ ਇੱਥੇ ਕਰਤਾਰਪੁਰ ਸਾਹਿਬ ਨਹੀਂ ਰਹਿਣਾ। ਗ੍ਰਾਮ ਖਡੂਰ ਸਦਨ ਕਰ ਰਹੀ ਹੈ। ਤੁਸੀਂ ਆਪਣੇ ਗ੍ਰਾਮ ਆਪਣੇ ਨਗਰ ਸ੍ਰੀ ਖਡੂਰ ਸਾਹਿਬ ਜਾਓ, ਉੱਥੇ ਜਾ ਕੇ ਆਪਣਾ ਨਿਵਾਸ ਕਰੋ। ਜਹ ਜਹ ਆਪਨ ਸੰਬੰਧੀ ਲਹੀਆ ਹੈ। ਜਿੱਥੇ ਤੁਹਾਡੇ ਸਾਰੇ ਸੰਬੰਧੀ ਪਰਿਵਾਰ ਹੈ, ਸਕਲ ਸਕੇਲੋ ਹੋ ਆਪਣੇ ਪਾਸ। ਉਹਨਾਂ ਸਾਰੇ ਸੰਬੰਧੀਆਂ ਨੂੰ ਪਰਿਵਾਰ ਨੂੰ ਆਪਣੇ ਨਾਲ ਮਿਲਾਓ, ਇਕੱਤਰ ਕਰੋ। ਥਿਰ ਹੋ ਤਹਾਂ ਲਿਹੋ ਆਨੰਦ ਰਾਸ। ਔਰ ਉੱਥੇ ਥਿਰ ਹੋਵੋ ਤੇ ਸਦਾ ਘਣੇ ਆਨੰਦ ਨੂੰ ਪ੍ਰਾਪਤ ਹੋਵੋ। ਇਮ ਆਗਿਆ ਸੁਨ ਕਰ ਸਤਿਗੁਰ ਕੀ। ਕਹਿੰਦੇ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੁਣ ਕੇ ਚਾਹਤ ਨ ਵਿਛੜਿਓ ਪ੍ਰੀਤੀ ਉਰ ਕੀ। ਮਹਾਰਾਜ ਜੀ ਤੋਂ ਵਿਛੜਨਾ ਨਹੀਂ ਸਨ ਚਾਹੁੰਦੇ। ਗੁਰੂ ਅੰਗਦ ਦੇਵ ਸਾਹਿਬ ਹਿਰਦੇ ਦੀ ਇੰਨੀ ਪ੍ਰੀਤ ਸੀ। ਤਉ ਬੇਬਸ ਹੋਏ ਕਰ ਪਗ ਨਮੋ। ਪਰ ਕੀ ਕਰਨ, ਹੁਕਮ ਹੈ ਜਾਣਦਾ। ਬੇਵਸ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੇ। ਪ੍ਰਿਹੋ ਤੇ ਵਿਆਕੁਲ ਬਹੁਤ ਹੈ ਸਮੋ। ਸਤਿਗੁਰਾਂ ਤੋਂ ਵਿਛੋੜੇ ਦੀ ਤੜਫ ਦੇ ਵਿੱਚ ਤੜਫਦਿਆਂ ਬਿਰਹਾ ਤੁਰ ਹੋਇਆਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਵਾਪਸ ਪਰਤੇ ਹਨ। ਖਾਲਸਾ ਜੀ, ਜਿਸ ਤਨ ਵਿੱਚ ਗੁਰੂ ਸਾਹਿਬ ਜੀ ਦਾ ਕਦੇ ਬਿਰਹਾ ਨਾ ਜਾਗਿਆ ਹੋਵੇ, ਗੁਰੂ ਪਾਤਸ਼ਾਹ ਤੋਂ ਵਿਛੜਨ ਦਾ ਅਹਿਸਾਸ ਨਾ ਹੋਇਆ ਹੋਵੇ, ਉਹਨਾਂ ਸਰੀਰਾਂ ਨੂੰ ਗੁਰਬਾਣੀ ਵਿੱਚ ਮੁਰਦਿਆਂ ਦਾ ਸ਼ਮਸ਼ਾਨ ਘਾਟ ਦੇ ਤੁਲ ਸਰੀਰ ਕਿਹਾ। ਜਿਹੜੇ ਸਰੀਰ ਵਿੱਚ ਗੁਰੂ ਸਾਹਿਬ ਜੀ ਦੇ ਵਿਛੋੜੇ ਦੀ ਤੜਫ ਨਾ ਜਾਗੀ ਹੋਵੇ, ਸੋ ਤਨ ਜਾਣ ਮਸਾਨ। ਉਹ ਸ਼ਮਸ਼ਾਨ ਭੂਮੀ ਜਿਵੇਂ ਉਜਾੜ ਹੁੰਦਾ ਨਾ, ਏਦਾਂ ਉਹ ਸਰੀਰ ਸ਼ਮਸ਼ਾਨ ਨੇ ਜਿਨ੍ਹਾਂ ਸਰੀਰਾਂ ਵਿੱਚ ਕਦੇ ਗੁਰੂ ਪਾਤਸ਼ਾਹ ਦਾ ਬਿਰਹਾ ਨਹੀਂ ਜਾਗਿਆ, ਵਿਛੋੜੇ ਦੀ ਤੜਫ ਨਹੀਂ ਜਾਗੀ। ਜਿਨ੍ਹਾਂ ਨੇਤਰਾਂ ਵਿੱਚ ਗੁਰਦੇਵ ਦੇ ਵਿਰਾਗ ਵਿੱਚ ਆ ਕੇ ਕਦੇ ਨੇਤਰਾਂ ਚੋਂ ਨੀਰ ਨਾ ਵਹਿਆ ਹੋਵੇ, ਉਹ ਅੱਖੀਆਂ ਨਹੀਂ ਹਨ। ਇਉਂ ਸਮਝ ਲਓ ਕਿਸੇ ਪਹਾੜ ਦੇ ਵਿੱਚ ਨਿਕਲੇ ਹੋਏ ਛੇਕ ਨੇ, ਔਰ ਉਹਨਾਂ ਛੇਕਾਂ ਦੇ ਵਿੱਚ ਕਿਤੇ ਕੋਈ ਪੁਰਾਣੇ ਚਮ ਗਿੱਦੜ ਨੇ ਜਿਹੜੇ ਵਿੱਚ ਲਟਕ ਰਹੇ ਹਨ। ਗੁਰੂ ਅੰਗਦ ਦੇਵ ਸਾਹਿਬ ਜਦੋਂ ਗਏ, ਮਨ 'ਚ ਬਿਰਹਾ ਹੈ ਗੁਰਦੇਵ ਤੋਂ ਵਿਛੜਨ ਦਾ। ਕੀ ਕਰਨ, ਗੁਰਦੇਵ ਦਾ ਹੁਕਮ ਮੋੜ ਨਹੀਂ ਸਨ ਸਕਦੇ, ਚਿੱਤ ਨਹੀਂ ਪਿਆ ਕਰਦਾ ਜਾਣ ਨੂੰ, ਪਰ ਗੁਰੂ ਆਗਿਆ ਹੈ, ਇਸ ਕਰਕੇ ਆਉਣਾ ਪਿਆ। ਮੋਹੇ ਸਿੰਘਾਸਨ ਸਦਨ ਪਿਰਾਈ। ਔਰ ਚੱਲ ਕੇ ਸਤਿਗੁਰੂ ਜੀ ਮਾਤਾ ਭਰਾਈ ਜੀ ਦੇ ਘਰ ਆਏ। ਤਹਾਂ ਬਿਰਾਜੋ ਕਰਹੁ ਗੁਰਾਈ। ਔਰ ਆਖਿਆ ਉੱਥੇ ਜਾ ਕੇ ਬਿਰਾਜੋ, ਜਾ ਕੇ ਖਡੂਰ ਸਾਹਿਬ ਗੁਰਿਆਈ ਕਰੋ। ਸੁਨ ਪ੍ਰਭ ਤੇ ਮਾਰਗ ਚੱਲ ਪਰੇ। ਪ੍ਰਭੂ ਜੀ ਦਾ ਹੁਕਮ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲ ਪਏ। ਭਗਤ ਭੰਡਾਰ ਪਾਓ ਉਰ ਧਰੇ। ਹਿਰਦੇ 'ਚ ਭਗਤੀ ਭਾਵਨਾ, ਗੁਰਦੇਵ ਦਾ ਪ੍ਰੇਮ ਭਗਤੀ ਉਹ ਹਿਰਦੇ 'ਚ ਭਰੀ ਹੋਈ ਹੈ। ਸਤਨਾਮ ਧਨ ਲੀਨ ਅਤੋਟ। ਸੱਚੇ ਨਾਮ ਦਾ ਅਤੋਟ ਖਜ਼ਾਨਾ, ਨਾਮ ਦਾ ਜਿਹੜਾ ਅਤੋਟ ਖਜ਼ਾਨਾ ਨਾ, ਉਹ ਅੱਗੇ ਵੰਡਣ ਵਾਸਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦੇ ਘਰੋਂ ਲਿਆਏ ਹੈ, ਉਹ ਸਾਰਾ ਖਜ਼ਾਨਾ ਗੁਰੂ ਅੰਗਦ ਦੇਵ ਸਾਹਿਬ ਨੂੰ ਦੇ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ। ਉਹ ਖਜ਼ਾਨਾ ਸੱਚੇ ਨਾਮ ਦਾ ਵੰਡਣ ਵਾਸਤੇ ਗੁਰਦੇਵ ਜੀ ਖਡੂਰ ਸਾਹਿਬ ਆ ਗਏ। ਖਰਚ ਹੈ ਵਧ ਹੈ ਤਰੇ ਗਨ ਕੋਟ। ਕਹਿੰਦੇ ਖਜ਼ਾਨਾ ਇਹੋ ਜਿਹਾ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇਹਨੂੰ ਸਤਿਗੁਰੂ ਜੀ ਜਿੰਨਾ ਖਰਚਦੇ ਨੇ, ਜਿੰਨਾ ਖਾਂਦੇ ਨੇ, ਇਹ ਹੋਰ ਵੱਧਦਾ ਚਲਿਆ ਜਾਂਦਾ ਹੈ।
ਇਹਦੇ ਚ ਟੋਟਾ ਨਹੀਂ ਆਉਂਦਾ। ਸਨੇ ਸਨੇ ਚੱਲ ਪਹੁੰਚੇ ਗ੍ਰਾਮ, ਸਹਿਜ ਸਹਿਜ ਚੱਲ ਕੇ ਮਹਾਰਾਜ ਜੀ ਆਪਣੇ ਮਹਿਲਾਂ ਚ ਆਏ ਨੇ, ਘਰ ਆਏ ਹਨ। ਮਾਤ ਪਿਰਾਈ ਕੋ ਜਹ ਧਾਮ, ਆ ਕੇ ਮਾਈ ਭਰਾਈ ਨੂੰ ਸਤਿਗੁਰੂ ਜੀ ਪਹਿਲੋਂ ਮਿਲੇ। ਹਿਤ ਕਰ ਮਿਲੀ ਭਾਉ ਕੋ ਤਾਰਾ, ਆਪੋ ਮਾਈ ਭਰਾਈ ਜੀ ਬੜੇ ਪ੍ਰੇਮ ਨਾਲ ਗੁਰੂ ਅੰਗਦ ਦੇਵ ਸਾਹਿਬ ਨੂੰ ਹਿੱਤ ਨਾਲ ਮਿਲੇ। ਸਿੰਘਾਸਨ ਪਰ ਸੁਤ ਬੈਠਾਰਾ, ਬੜੇ ਸੋਹਣੇ ਸਿੰਘਾਸਣ ਦੇ ਉੱਤੇ ਪਲੰਗੇ ਦੇ ਉੱਤੇ ਗੁਰੂ ਅੰਗਦ ਪਾਤਸ਼ਾਹ ਨੂੰ ਬਿਠਾਇਆ। ਸ਼੍ਰੀ ਨਾਨਕ ਸ਼੍ਰੀ ਅੰਗਦ ਮਾਹੀ, ਧੰਨ ਗੁਰੂ ਨਾਨਕ ਦੇਵ ਸਾਹਿਬ ਔਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਭੇਦ ਪਿਰਾਈ ਜਾਣਿਓ ਨਾਹੀ। ਮਾਈ ਭਰਾਈ ਨੇ ਭੇਦ ਨਹੀਂ ਜਾਣਿਆ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਕੋਈ ਫਰਕ ਹੈ ਹੀ ਨਹੀਂ, ਇੱਕ ਮੇਕੀ ਹਨ। ਖੀਵੀ ਆਪਨ ਸਨੂਖਾ ਹੋਈ, ਕਹਿੰਦੇ ਮਹਾਰਾਜ ਜੀ ਦੇ ਮਹਿਲ ਸਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ। ਸਤਿਕਾਰਯੋਗ ਜਗਤ ਮਾਤਾ ਮਾਤਾ ਖੀਵੀ ਜੀ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਪਾਤਸ਼ਾਹ ਨੇ ਕੀਤਾ ਹੈ। ਮਾਤਾ ਖੀਵੀ ਜੀ ਵੀ ਆ ਗਏ ਮਾਤਾ ਭਰਾਈ ਜੀ ਦੇ ਘਰ। ਉੱਥੇ ਆ ਕੇ ਆਪਣੇ ਪਤੀ ਦੇਵ ਦੀ ਟਹਿਲ ਸੇਵਾ ਕਰਨ ਲੱਗੇ। ਕਰੀ ਹਕਾਰਨ ਪਹੁੰਚੀ ਸੋਈ, ਮਾਤਾ ਭਰਾਈ ਜੀ ਨੇ ਸੱਦ ਲਿਆ ਮਾਤਾ ਖੀਵੀ ਜੀ ਨੂੰ। ਪਤ ਕੀ ਸੇਵ ਕਰਨ ਮਹਿ ਲਾਗੀ, ਉੱਥੇ ਆ ਕੇ ਘਰ ਵਿੱਚ ਮਾਤਾ ਭਰਾਈ ਜੀ ਦੇ ਮਾਤਾ ਖੀਵੀ ਜੀ ਸੇਵਾ ਕਰਨ ਲੱਗੇ ਆਪਣੇ ਪਤੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ। ਪਤ ਬ੍ਰਤ ਧਰਮ ਦ੍ਰਿੜਾ ਅਨੁਰਾਗੀ, ਧੰਨ ਹੈ ਮਾਤਾ ਖੀਵੀ ਜਿਨ੍ਹਾਂ ਨੇ ਪਤ ਵਰਤਾ ਧਰਮ ਨੂੰ ਆਪਣੇ ਹਿਰਦੇ ਚ ਪਰਪੱਕ ਰੂਪ ਵਿੱਚ ਧਾਰਨ ਕੀਤਾ। ਖਾਨ ਪਾਨ ਪਹਿਰਨ ਸੁਧ ਸਾਰੀ, ਔਰ ਖਾਨ ਪਾਨ ਦੀ ਸਾਰੀ ਸੁਧ ਗੁਰੂ ਅੰਗਦ ਦੇਵ ਸਾਹਿਬ ਦੇ ਭੋਜਨ ਦਾ ਪ੍ਰਬੰਧ ਕਰਨਾ, ਵਸਤਰਾਂ ਦੀ ਸੇਵਾ ਟਹਿਲ ਕਰਨੀ, ਉਹ ਮਾਤਾ ਖੀਵੀ ਜੀ ਕਰਦੇ ਹਨ। ਨਿਸਪ੍ਰੇਹੀ ਪਤ ਕਰਤ ਸੰਭਾਰੀ, ਰਾਤ ਦਿਨ ਆਪਣੇ ਪਤੀ ਜੀ ਦੀ ਸੇਵਾ ਵਿੱਚ ਮਾਤਾ ਜੀ ਹਾਜ਼ਰ ਰਹਿੰਦੇ ਹਨ। ਕਰ ਜੋ ਰਹਿ ਆਇਸ ਕੋ ਮਨ ਹੈ, ਹੱਥ ਜੋੜ ਕੇ ਗੁਰਦੇਵ ਦੀ ਆਗਿਆ ਮੰਨਦੇ ਮਾਤਾ ਖੀਵੀ ਜੀ। ਅਧਿਕ ਪ੍ਰੀਤ ਤੇ ਸੇਵਾ ਠਨ ਹੈ, ਬੜੇ ਪ੍ਰੇਮ ਨਾਲ ਬੜੀ ਪ੍ਰੀਤ ਨਾਲ ਸਤਿਗੁਰਾਂ ਦੀ ਸੇਵਾ ਟਹਿਲ ਕਰਦੇ ਧੰਨ ਮਾਤਾ ਖੀਵੀ ਜੀ। ਨਿਤ ਪ੍ਰਤ ਚੈਤ ਅਸਲ ਪਹੁੰਚਾਵਹਿ, ਦਿਨ ਪ੍ਰਤੀ ਦਿਨ ਜੋ ਭੋਜਨ ਮਹਾਰਾਜ ਜੀ ਨੇ ਛਕਣਾ ਹੁੰਦਾ, ਮਾਤਾ ਖੀਵੀ ਜੀ ਆਪ ਭੋਜਨ ਤਿਆਰ ਕਰਕੇ ਹਾਜ਼ਰ ਕਰਦੇ। ਆਇਸ ਪਾਏ ਦਰਸ ਕੋ ਆਵਹਿ, ਔਰ ਜਦੋਂ ਆਗਿਆ ਹੁੰਦੀ ਉਦੋਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਪਾਤਸ਼ਾਹ ਇੱਕ ਕੋਠਾ ਸੀ ਉਹਦੇ ਚ ਗੁਪਤ ਰਿਹਾ ਕਰਦੇ, ਭਜਨ ਕਰਦੇ। ਜਦੋਂ ਮਾਤਾ ਜੀ ਨੂੰ ਆਗਿਆ ਹੁੰਦੀ, ਆਗਿਆ ਲੈ ਕੇ ਫਿਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ। ਪਾਰ ਬ੍ਰਹਮ ਕਰ ਪਤ ਕੋ ਜਾਣੈ, ਮਾਤਾ ਖੀਵੀ ਜੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਕਰਕੇ ਮੰਨਦੇ ਹਨ, ਪਾਰ ਬ੍ਰਹਮ ਪਰਮੇਸ਼ਵਰ ਰੂਪ ਕਰਕੇ ਜਾਣਦੇ ਹਨ। ਮੂਰਤ ਧਿਆਨ ਹਿਰਦੈ ਸਦ ਠਾਨੈ, ਔਰ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਦੀ ਮੂਰਤ ਦਾ ਧਿਆਨ ਉਹ ਮਾਤਾ ਖੀਵੀ ਜੀ ਆਪਣੇ ਹਿਰਦੇ 'ਚ ਵਸਾਉਂਦੇ। ਆਪਣੇ ਹਿਰਦੇ 'ਚ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਿਆਨ ਧਾਰਦੇ ਨੇ ਮਾਤਾ ਖੀਵੀ ਜੀ। ਵਿਚਰਨ ਸਮੈ ਭਲਿਓ ਸ਼੍ਰੀ ਨਾਨਕ, ਜਦੋਂ ਸਤਿਗੁਰੂ ਜੀ ਨੇ ਭੇਜਿਆ ਨਾ ਗੁਰੂ ਅੰਗਦ ਦੇਵ ਸਾਹਿਬ ਨੂੰ ਕਰਤਾਰਪੁਰ ਸਾਹਿਬ ਤੋਂ, ਇਹ ਬਚਨ ਕਹਿ ਕੇ ਭੇਜਿਆ ਸੀ, ਇਤ ਤੁਮ ਆਏ ਨਾ ਜਾਹੋ ਅਚਾਨਕ। ਆਖਿਆ ਭਾਈ ਪੁਰਖਾ ਸਾਡੀ ਆਗਿਆ ਤੋਂ ਬਿਨਾਂ ਅਚਾਨਕ ਨਹੀਂ ਆਉਣਾ ਇੱਥੇ ਕਰਤਾਰਪੁਰ ਸਾਹਿਬ। ਇਹ ਬਚਨ ਕਹੇ ਸੀ ਗੁਰੂ ਪਾਤਸ਼ਾਹ ਨੇ ਵੀ ਜਦੋਂ ਤੱਕ ਅਸੀਂ ਬੁਲਾਈਏ ਨਾ ਸਾਡੀ ਆਗਿਆ ਬਿਨਾਂ ਨਹੀਂ ਆਉਣਾ। ਬਸੋ ਖਡੂਰ ਤਹਾਂ ਹਮ ਆਵੇ, ਤੁਸੀਂ ਖਡੂਰ ਸਾਹਿਬ ਹੀ ਰਹਿਣਾ, ਅਸੀਂ ਆਪ ਆਵਾਂਗੇ ਚੱਲ ਕੇ ਉੱਥੇ, ਆਪ ਆ ਕੇ ਤੁਹਾਨੂੰ ਮਿਲਾਂਗੇ। ਮਿਲ ਹੈ ਤੋਹੇ ਜਬ ਉਰ ਮਹਿ ਭਾਵੇ, ਜਦੋਂ ਸਾਡੇ ਮਨ ਨੂੰ ਭਾਵੇਗਾ, ਤੁਹਾਡੇ ਹਿਰਦੇ 'ਚ ਤੀਵਰ ਇੱਛਾ ਹੋਵੇਗੀ, ਉਦੋਂ ਅਸੀਂ ਆਪ ਚੱਲ ਕੇ ਆਵਾਂਗੇ। ਕੇਤਿਕ ਦਿਵਸ ਬੀਤੀਤੇ ਜਬ ਹੂੰ, ਖਾਲਸਾ ਜੀ ਇਉਂ ਕੁਝ ਦਿਨ ਬੀਤ ਗਏ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹਿਰਦੇ 'ਚ ਆਪਣੇ ਪਿਆਰੇ ਪ੍ਰੀਤਮ ਦਾ ਧਿਆਨ ਵਸਾਇਆ ਹੋਇਆ। ਹਾਂਜੀ, ਦੋਏ ਦਿਸ਼ ਚਿਤ ਅਕੁਲਾਨੇ ਤਬ ਹੂੰ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਨ 'ਚ ਇੰਨੀ ਬੇਬਲਤਾ ਆਈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਵਣ।
ਪਰ ਕਰਾਂ ਕੀ ਜਾ ਨਹੀਂ ਸਕਦੇ। ਹੁਕਮ ਨਹੀਂ ਹੈ, ਨਾ ਆਪ ਜਾ ਸਕਦੇ ਹਾਂ ਨਾ ਭੇਜ ਸਕਦੇ ਹਾਂ ਕਿਸੇ ਨੂੰ, ਕਿਉਂਕਿ ਸਾਹਿਬ ਨੇ ਕਿਹਾ ਵੀ ਅਸੀਂ ਆਪੇ ਆਵਾਂਗੇ ਜਦੋਂ ਆਵਾਂਗੇ। ਖਾਲਸਾ ਜੀ, ਪਰਮੇਸ਼ਰ ਆਪ ਹੀ ਆਉਂਦਾ ਜਦੋਂ ਆਉਂਦਾ। ਸਾਡੇ 'ਚ ਤਾਕਤ ਨਹੀਂ ਕਿ ਅਸੀਂ ਉਹਦੇ ਤੱਕ ਜਾ ਸਕੀਏ। ਪ੍ਰੇਮ ਦੀ ਖਿੱਚ ਪਈ, ਇੱਧਰ ਗੁਰੂ ਅੰਗਦ ਦੇਵ ਸਾਹਿਬ ਨੇ ਪ੍ਰੇਮ ਦੀ ਡੋਰ ਦੀ ਖਿੱਚ ਪਾਈ, ਧੰਨ ਗੁਰੂ ਨਾਨਕ ਸਾਹਿਬ ਨੂੰ ਖਿੱਚ ਪਈ। ਹਾਂਜੀ, ਅਬਿਲਾਖਤ ਭੇ ਮਿਲਨ ਜ਼ਰੂਰ। ਹੁਣ ਮਹਾਰਾਜ ਜੀ ਦੇ ਮਨ 'ਚ ਬਲਾਖਾ ਹੋਈ ਗੁਰੂ ਨਾਨਕ ਪਾਤਸ਼ਾਹ ਦੇ ਕਿ ਆਪਣੇ ਪਰਮ ਪਿਆਰੇ ਸੇਵਕ ਜਿਨ੍ਹਾਂ ਦਾ ਮੈਂ ਰੂਪ ਹੋ ਗਿਆ ਉਹ ਮੇਰਾ ਰੂਪ ਹੋ ਗਏ ਨੇ, ਉਹਨਾਂ ਨੂੰ ਮਿਲਣਾ ਅਤੀ ਅਵਸ਼ਕ ਹੈ, ਜ਼ਰੂਰੀ ਹੈ। ਸ਼੍ਰੀ ਨਾਨਕ ਜੀ ਆਏ ਖਡੂਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲੇ ਤੇ ਚੱਲ ਕੇ ਸ੍ਰੀ ਖਡੂਰ ਸਾਹਿਬ ਆ ਗਏ। ਸ਼੍ਰੀ ਅੰਗਦ ਲਖ ਗੋਰੇ ਆਗਮਨੂ। ਗੁਰੂ ਅੰਗਦ ਦੇਵ ਸਾਹਿਬ ਨੂੰ ਆਪਣੇ ਪਿਆਰੇ ਦੇ ਆਉਣ ਦੀ ਆਹਟ ਸੁਣੀ ਕਿ ਮੇਰੇ ਸਾਹਿਬ ਆ ਗਏ ਨੇ। ਇਹ ਸੁਣਦਿਆਂ ਮਾਤਾ ਭਰਾਈ ਜੀ ਦੇ ਘਰੋਂ ਨਿਕਲ ਕੇ ਬਾਹਰ ਨੂੰ ਆਏ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਲਈ। ਗਵਨੇ ਲੈਨ ਅਗਾਰੀ ਭਵਨੂ। ਅੱਗੇ ਆਏ ਘਰੋਂ ਬਾਹਰ ਨਿਕਲ ਕੇ ਮਿਲਣ ਵਾਸਤੇ। ਹਾਂਜੀ, ਰਵ ਗੁਰ ਪਿਖ ਕੀ ਚਖ ਯਾਰ ਬਿੰਦ। ਕਹਿੰਦੇ ਸੂਰਜ ਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਨੇਤਰ ਕਮਲ ਦੇ ਫੁੱਲ ਸਮਾਨ ਕਰ ਲਏ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ ਹੈ, ਤਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨੇਤਰ ਖਿੜ ਗਏ ਹਨ। ਪਗ ਪੰਕਜ ਮਨ ਬਨਿਓ ਮਲਿੰਦ। ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਭੌਰਾ ਹੋ ਗਿਆ ਮਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਨੇ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਮਨ ਉਹਨਾਂ ਕਮਲ ਦੇ ਫੁੱਲਾਂ ਦਾ ਭਵਰਾ ਬਣਾ ਲਿਆ ਹੈ। ਪਰ ਕੌਰੀ ਪ੍ਰਭ ਭਏ ਅਸੀਨ। ਜਦੋਂ ਨਮਸਕਾਰ ਕੀਤੀ ਨਾ ਚਰਨਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਹਾਂ ਤੋਂ ਪਕੜ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੀ ਕੋਰੀ ਵਿੱਚ ਯਾਨੀ ਕਿ ਆਪਣੀ ਗਲ ਬੱਕੜੀ ਵਿੱਚ ਲੈ ਲਿਆ। ਵਹਿਰ ਗ੍ਰਾਮ ਤੇ ਥਲ ਸ਼ੁਭ ਚੀਨ। ਔਰ ਗਲ ਬੱਕੜੀ 'ਚ ਲੈ ਕੇ ਇਹਨਾਂ ਨਾਲ ਮਹਾਰਾਜ ਜੀ ਨਗਰ ਤੋਂ ਬਾਰ-ਬਾਰ ਹੀ ਖਡੂਰ ਸਾਹਿਬ ਦੇ ਅੰਦਰ ਨਹੀਂ ਆਏ। ਬਾਰ-ਬਾਰ ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ ਨਾ ਮਹਾਰਾਜ ਜੀ ਦਾ ਸਥਾਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ, ਉੱਥੇ ਭਾਈ ਬਾਲਾ ਸਾਹਿਬ ਜੀ, ਭਾਈ ਬਾਲਾ ਜੀ ਦੀ ਸਮਾਧ ਵੀ, ਉੱਥੇ ਉਹਨਾਂ ਦਾ ਸੰਸਕਾਰ ਵੀ ਕੀਤਾ ਗੁਰੂ ਅੰਗਦ ਦੇਵ ਸਾਹਿਬ ਨੇ। ਉਹ ਤਪਿਆਣਾ ਸਾਹਿਬ ਮਹਾਰਾਜ ਜੀ ਉੱਥੇ ਚਲੇ ਗਏ ਨਾਲ। ਸੁਲਖੀ ਵੀ ਦਰਸ਼ਨ ਕੋ ਆਈ। ਮਾਤਾ ਖੀਵੀ ਜੀ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਆਏ ਨੇ ਗੁਰੂ ਨਾਨਕ ਪਾਤਸ਼ਾਹ, ਤੋਂ ਮਾਤਾ ਖੀਵੀ ਜੀ ਵੀ ਚੱਲ ਕੇ ਹਾਜ਼ਰ ਹੋਏ। ਉਹਨਾਂ ਨੇ ਵੀ ਆ ਕੇ ਦਰਸ਼ਨ ਕੀਤੇ। ਸ਼੍ਰੀ ਗੁਰ ਦੇਖੇ ਗਰੀਵ ਨਿਵਾਈ। ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਅਦਬ ਨਾਲ ਸਤਕਾਰ ਨਾਲ ਸੀਸ ਨਿਵਾਇਆ। ਕਹਿਓ ਗੁਰੂ ਪੁਰਖਾ ਤੂੰ ਧੰਨ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਨੂੰ, ਪੁਰਖਾ ਤੁਸੀਂ ਧੰਨ ਹੋ। ਹੇ ਪੁਰਖਾ ਤੂੰ ਧੰਨ ਹੈ। ਸਦਾ ਬਸੀ ਮੁਝ ਕਰਿਓ ਪ੍ਰਸੰਨ। ਤੁਸੀਂ ਮੈਨੂੰ ਸਦਾ ਹੀ ਵਸੀਕਾਰ ਕਰ ਲਿਆ ਤੇ ਮੇਰੀ ਪ੍ਰਸੰਨਤਾ ਲੈ ਲਈ ਹੈ। ਤੁਮ ਸਮ ਜਗ ਮਹਿ ਅਪਰ ਨ ਕੋਈ। ਆਹਾ, ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆਪਣੇ ਪਿਆਰੇ ਸੇਵਕ ਗੁਰੂ ਅੰਗਦ ਦੇਵ ਸਾਹਿਬ ਨੂੰ? ਕਹਿੰਦੇ ਹੇ ਪੁਰਖਾ ਤੇਰੇ ਸਮਾਨ ਤੇਰੇ ਵਰਗਾ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੈ। ਸ੍ਰੀ ਅਕਾਲ। ਤੁਮ ਸਮ ਜਗ ਮਹਿ ਅਪਰ ਨ ਕੋਈ। ਤੁਹਾਡੇ ਸਮਾਨ ਤੁਹਾਡੇ ਵਰਗਾ ਇਸ ਜਗਤ ਵਿੱਚ ਹੋਰ ਕੋਈ ਨਹੀਂ। ਮੋਹ ਮਨ ਮੈਂ ਪ੍ਰਿਯ ਔਰ ਨ ਹੋਈ। ਮੇਰੇ ਮਨ ਨੂੰ ਜਿਤਨੇ ਤੁਸੀਂ ਪਿਆਰੇ ਹੋ ਉਤਨਾ ਪਿਆਰਾ ਵੀ ਹੋਰ ਕੋਈ ਨਹੀਂ। ਜਿੰਨੇ ਤੁਸੀਂ ਮੇਰੇ ਮਨ ਨੂੰ ਪਿਆਰੇ ਹੋ ਉਤਨਾ ਪਿਆਰਾ ਵੀ ਹੋਰ ਕੋਈ ਨਹੀਂ। ਸਰਬ ਪ੍ਰਕਾਰ ਧੀਰ ਕਹਿ ਦਿਓ। ਏਦਾਂ ਬਚਨ ਕਰਕੇ ਸਰਬ ਪ੍ਰਕਾਰ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਧੀਰਜ ਦਿੱਤਾ। ਮਿਲ ਬੋਲਨ ਪਾਸੀ ਤਲਹੀਓ। ਜਦੋਂ ਮਹਾਰਾਜ ਜੀ ਨਾਲ ਮਿਲੇ,
ਬਚਨ ਬਿਲਾਸ ਕਹੇ ਸੁਣੇ ਤੇ ਮਨ ਠੰਡਾ ਹੋ ਗਿਆ, ਕਿਉਂਕਿ ਵਿਛੋੜੇ ਦੀ ਤੜਫ ਦੇ ਵਿੱਚ ਤੜਫ ਰਹੇ ਸੀ ਗੁਰੂ ਅੰਗਦ ਦੇਵ ਸਾਹਿਬ। ਕਦੋਂ ਮਹਾਰਾਜ ਜੀ ਦੇ ਦਰਸ਼ਨ ਹੋਣ, ਕਦੋਂ ਦਿਦਾਰੇ ਹੋਣ, ਇਹ ਭਾਵਨਾ ਸੀ। ਹੁਣ ਜਦੋਂ ਮਹਾਰਾਜ ਜੀ ਨੂੰ ਮਿਲੇ ਨੇ, ਦਰਸ਼ਨ ਕੀਤੇ ਨੇ, ਬਚਨ ਬਿਲਾਸ ਕਹੇ ਸੁਣੇ ਨੇ, ਤੇ ਮਨ ਨੂੰ ਠੰਡ ਪਈ, ਵਿਛੋੜੇ ਦੀ ਤੜਫ ਨੂੰ ਸ਼ਾਂਤ ਮਿਲੀ। आते आनंद को पाए रहे हैं। अति आनंद, घना आनंद, परम आनंद। ਉਹ ਆਨੰਦ ਕਹਿਣਾ ਪੈਂਦਾ ਸ਼ਬਦ, ਪਰ ਆਨੰਦ ਤੋਂ ਵੀ ਪਰੇ ਦੀ ਖੇਡ ਹੈ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਵਰਤ ਰਹੇ ਨੇ। परम प्रेम के बाक कहे हैं। ਬੜੇ ਪਰਮ ਪ੍ਰੇਮ ਚ ਭਿੱਜ ਕੇ ਵਾਕ ਕਹੇ, ਬਚਨ ਕਹੇ ਸੁਣੇ। पुर करतार गुरु पुन चले। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦਰਸ਼ਨ ਦੇ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੱਲੇ। सन्मुख श्री अंगद जी खले। ਜਦੋਂ ਜਾਣ ਲੱਗੇ ਤੇ ਸਨਮੁਖ ਗੁਰੂ ਅੰਗਦ ਦੇਵ ਸਾਹਿਬ ਜੀ ਖਲੋਤੇ ਹਨ। जुग मूरत एक जोत प्रकाशे। ਸਰੀਰ ਦੋ ਦਿਸਦੇ ਨੇ, ਜੋਤ ਇੱਕੋ ਹੀ ਹੈ। ਆਖੋ ਸਤਨਾਮ। श्री वाहिगुरु। ਸਰੀਰ ਹੀ ਦੋ ਦਿਸ ਰਹੇ ਨੇ ਗੁਰੂ ਖਾਲਸਾ ਜੀ, ਜੋਤ ਇੱਕੋ ਹੀ ਹੈ। ਜੋ ਗੁਰੂ ਅੰਗਦ ਦੇਵ ਸਾਹਿਬ ਵਿੱਚ ਉਹੀ ਗੁਰੂ ਨਾਨਕ ਸਾਹਿਬ ਵਿੱਚ ਹੈ, ਜੋ ਗੁਰੂ ਨਾਨਕ ਪਾਤਸ਼ਾਹ ਵਿੱਚ ਹੈ ਉਹੀ ਜੋਤ ਗੁਰੂ ਅੰਗਦ ਦੇਵ ਸਾਹਿਬ ਵਿੱਚ ਹੈ। ਖਾਲਸਾ ਜੀ ਜਦੋਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਨਾ, ਤੇ ਸੰਗਤ ਨੂੰ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਹਿੰਦੇ ਜਦੋਂ ਗੁਰਤਾ ਗੱਦੀ ਦੇ ਕੇ ਤਖਤ ਸਾਹਿਬ ਵਾਲੇ ਸਥਾਨ ਤੇ ਪਰਿਕਰਮਾ ਕਰਕੇ ਗੁਰਦੇਵ ਜੀ ਆਏ ਨਾ ਥੱਲੇ ਨੂੰ, ਤਖਤ ਸਾਹਿਬ ਤੋਂ ਬਾਹਰ ਨੂੰ, ਪਿਆਰੇ ਭਾਈ ਦਇਆ ਸਿੰਘ ਹੋਰ ਜਿੰਨੇ ਸਿੰਘ ਸਨ ਉਹ ਮਹਾਰਾਜ ਜੀ ਦੇ ਚਰਨਾਂ ਨੂੰ ਏਦਾਂ ਸਪਰਸ਼ ਕਰਨ ਲੱਗੇ। ਚਰਨ ਦਿਸ ਰਹੇ ਨੇ, ਉਹ ਚਰਨਾਂ ਨੂੰ ਸਪਰਸ਼ ਕਰਨ ਵਾਸਤੇ ਹੱਥ ਅੱਗੇ ਕੀਤੇ, ਹੱਥ ਸਿੱਧੇ ਜ਼ਮੀਨ ਤੇ ਜਾ ਲੱਗੇ, ਚਰਨ ਹੱਥਾਂ ਵਿੱਚ ਨਹੀਂ ਆਏ, ਨਜ਼ਰ ਆ ਰਹੇ ਨੇ। ਇੱਕਦਮ ਅਚਰਜ ਹੋ ਗਏ, ਹੈਰਾਨ ਹੋ ਗਏ, ਕਿਉਂਕਿ ਸਤਿਗੁਰੂ ਜੀ ਸ਼ਬਦ ਰੂਪ ਹੋ ਗਏ। ਸ਼ਬਦ ਨੂੰ ਸਥੂਲ ਹੱਥਾਂ ਨਾਲ ਨਹੀਂ ਪਕੜਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਹੋ ਗਏ, ਸ਼ਬਦ ਸੁਰਤੀ ਵਿੱਚ ਵਸਦਾ ਹੈ। ਇਸ ਪ੍ਰਕਾਰ ਨਾਲ ਇਕਮਿਕਤਾ ਹੋ ਗਈ ਮਹਾਰਾਜ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ, ਤੋਂ ਪ੍ਰਤੱਖ ਰੂਪ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਔਰ ਗੁਰੂ ਅੰਗਦ ਦੇਵ ਸਾਹਿਬ, ਸਰੀਰ ਦੋ ਦਿਸ ਰਹੇ ਨੇ ਪਰ ਜੋਤ ਅੰਦਰੋਂ ਇੱਕ ਹੀ ਹੈ। ਹੋਤ ਆਨੰਦ ਬਿਲੰਦ ਹੁਲਾਸੇ। ਕਹਿੰਦੇ ਭਾਰੀ ਆਨੰਦ, ਭਾਰੀ ਹੁਲਾਸ ਖੇੜਾ ਅੰਦਰ ਪ੍ਰਗਟ ਹੋ ਰਿਹਾ ਹੈ। ਕਹਿ ਸ਼੍ਰੀ ਅੰਗਦ ਸੁਨੀਏ ਹੈ ਨਾਥ। ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਜਾਣ ਲੱਗੇ ਨਾ, ਸਨਮੁਖ ਖਲੋ ਗਏ ਹੱਥ ਜੋੜ ਕੇ, ਕਹਿਣ ਲੱਗੇ ਹੇ ਜਗਤ ਨਾਥ ਜੀ ਸੁਣੋ। ਰੱਖੋ ਨਿਕਟ ਚੱਲੇ ਮੈਂ ਸਾਥ। ਮਹਾਰਾਜ ਜੀ ਮੈਨੂੰ ਵੀ ਆਪਣੇ ਕੋਲ ਰੱਖ ਲਓ, ਰੱਖੋ ਨਿਕਟ ਚਲੋ ਮੈਂ ਸਾਥ। ਮਹਾਰਾਜ ਜੀ ਮੈਂ ਵੀ ਨਾਲ ਚੱਲਾਂ, ਮੈਨੂੰ ਵੀ ਆਪਣੇ ਨਾਲ ਰੱਖ ਲਓ ਗਰੀਬ ਨਵਾਜ। ਏਦਾਂ ਕਿਉਂ ਮੈਨੂੰ ਛੱਡ ਕੇ ਚੱਲੇ ਹੋ? ਸਹਿਓ ਨਾ ਜਾਵੇ ਬ੍ਰਿਹਾ ਤੁਮਾਰੋ। ਏ ਮੇਰੇ ਪਿਆਰੇ ਪ੍ਰੀਤਮ ਜੀ, ਤੁਹਾਡਾ ਵਿਛੋੜਾ ਮੇਰੇ ਕੋਲੋਂ ਸਹਿਆ ਨਹੀਂ ਜਾਂਦਾ। ਇੱਕ ਇੱਕ ਪਲ ਇਉਂ ਜਾਪਦਾ ਹੈ ਜਿਵੇਂ 4-4 ਯੁੱਗ ਬੀਤ ਰਹੇ ਹਨ। ਇੱਕ ਇੱਕ ਘੜੀ ਇਉਂ ਮੈਨੂੰ ਡੰਗਦੀ ਹੈ ਤੁਹਾਡੇ ਵਿਛੋੜੇ ਵਿੱਚ, ਮਾਨੋ ਜਿਵੇਂ ਕੋਈ ਬਿੱਛੂ ਡੰਗ ਮਾਰ ਰਿਹਾ ਹੋਵੇ। ਆਪ ਜੀ ਦਾ ਇਹ ਵਿਛੋੜਾ ਮਹਾਰਾਜ ਮੇਰੇ ਕੋਲੋਂ ਸਹਿਆ ਨਹੀਂ ਜਾਂਦਾ। ਦਰਸ਼ਨ ਪਰਸਤ ਰਹੋ ਸੁਖਾਰੋ। ਮੈਨੂੰ ਨਾਲ ਲੈ ਚੱਲੋ ਸਾਹਿਬ ਜੀ, ਮੈਂ ਤੁਹਾਡੇ ਸੁੱਖਾਂ ਵਾਲੇ ਸੁੱਖਾਂ ਲੱਦੇ ਦਰਸ਼ਨ ਕਰਦਾ ਰਹਾ। ਇਹ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁਰਖਾ ਤੁਸੀਂ ਇੱਥੇ ਹੀ ਬੈਠੇ ਰਹੋ, ਅਸੀਂ ਜਾ ਰਹੇ ਹਾਂ। ਹੁਣ ਇਹ ਬਚਨ ਕਹਿ ਕੇ ਚੱਲੇ, ਬਚਨ ਵੀ ਪਾਲਿਆ ਗੁਰੂ ਅੰਗਦ ਦੇਵ ਸਾਹਿਬ ਨੇ।
ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਦਇਆਨਿਧ ਸੁਆਮੀ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹਾਰ ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ, ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਇਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।